कि साडी नीयत ते नीति बहुत क्लीयर है, नीयत बहुत साफ़ है। समा थोड़ा अगे पिछे हो सकता है पर जो भी रिजल्ट आएगा बहुत चंगा आएगा। हर ऑर्गेनाइजेशन ਦੇ ਵਿੱਚ ਤਰ੍ਹਾਂ ਦੇ ਲੋਕ ਹੁੰਦੇ ਨੇ। ਅਸੀਂ ਜਿਹੜੇ ਸਾਡੇ ਬੰਦੇ ਬਦਨਾਮ ਨੇ ਉਹਨਾਂ ਨੂੰ ਅਸੀਂ ਕਰਬ ਕਰਾਂਗੇ ਕਿ ਇਹੋ ਜਿਹੇ ਸਟੈਪਸ ਜਿਹੜੇ ਨਾ ਲੈਣ, ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਡੈਫੀਨਿਟਲੀ ਕਰਾਂਗੇ। ਡੀ ਐਡਿਕਸ਼ਨ ਇੱਕ ਬਹੁਤ ਵੱਡੀ ਡਿਸੇਬਿਲਿਟੀ ਹੈ ਜੋ ਸਾਡੇ ਪੰਜਾਬ ਨੂੰ ਇਸ ਟਾਈਮ ਤੇ ਖਾ ਰਹੀ ਹੈ ਕਿ ਇਹ ਜਿਹੜੇ ਨਸ਼ੇ ਨੇ ਪਹਿਲੀ ਗੱਲ ਤੇ ਛੱਡੇ ਜਾ ਸਕਦੇ ਨੇ ਬੜੇ ਅੱਛੇ ਤਰੀਕੇ ਦੇ ਨਾਲ। ਜੇ ਕਿਸੇ ਦੀ ਮੰਨ ਲਓ ਅਫੋਰਡੇਬਿਲਿਟੀ ਨਹੀਂ ਹੈਗੀ ਤਾਂ ਓਟ ਸੈਂਟਰ ਜਾ ਕੇ ਉਹ ਫ੍ਰੀ ਮੈਡੀਸਿਨ ਵੀ ਲੈ ਸਕਦੇ ਨੇ। ਡਾਕਟਰ ਹਰਜੋਤ ਸਿੰਘ ਮੱਕੜ ਵੱਲੋਂ ਅੱਜ ਜਿਹੜਾ ਡੀ ਐਡਿਕਸ਼ਨ ਕੈਂਪ ਲਗਾਇਆ ਗਿਆ, ਸਾਡੇ ਨਾਲ ਇੱਥੇ ਪਹੁੰਚੇ ਨੇ ਖਾਸ ਤੌਰ ਤੇ ਐਮਐਲਏ ਨੇ ਜੀਵਨਜੋਤ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੀ ਐਡਿਕਸ਼ਨ ਲਗਾਇਆ, ਨਸ਼ਾ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ ਦੀ, ਤੇ ਜਿਵੇਂ ਡੀ ਐਡਿਕਸ਼ਨ ਕੈਂਪ ਲਗਾਇਆ ਗਿਆ ਇੱਥੇ, ਕੀ ਕਹਿਣਾ ਤੁਹਾਡਾ? देखो वैसे तो डी एडिक्शन कैंप्स डॉक्टर हरजोत वालों समय समय ते लगाए जाते रहे ने, पहला भी काफ़ी देर तो ये वड्डा काम करते पे ने उहदे विच। पर साडा नाल ये भी मनना है कि अगर असी इस प्रॉब्लम नूं जड़ों खत्म करना चाहुंदे हां ते सब तो इंपॉर्टेंट स्टैप है कि लोकां दे विच अवेयरनेस क्रिएट की जाए। अवेयरनेस इस चीज़ की कि एक तो पहले सोशल स्टिग्मा मन्निया जाता है जिहदे करके जिहड़े एडिक्ट ने ਜਾਂ ਜਿਹੜਾ ਪਰਿਵਾਰ ਹੈ ਉਹ ਉਹਨਾਂ ਨੂੰ ਟ੍ਰੀਟਮੈਂਟ ਲਈ ਤਿਆਰ ਨਹੀਂ ਹੈ ਕਰਵਾਉਣ ਲਈ, ਜਾਂ ਐਕਸੈਪਟ ਵੀ ਘੱਟ ਕਰਦੇ ਨੇ ਲੋਕ, ਉਹਨੂੰ ਨਕਾਰਿਆ ਜਾਂਦਾ। ਹਾਂਜੀ ਬਿਲਕੁਲ ਨਕਾਰਿਆ ਜਾਂਦਾ। ਸੋ ਜਿਹੜੇ ਡੀ ਐਡਿਕਸ਼ਨ ਕੈਂਪਸ ਹੈਗੇ ਨੇ ਉਹਦੇ ਵਿੱਚ ਸਭ ਤੋਂ ਪਹਿਲੇ ਅਵੇਅਰਨੈਸ ਲੈ ਕੇ ਆਉਣੀ ਹੁੰਦੀ ਹੈ ਕਿ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦੇ ਪਰਿਵਾਰ ਨੂੰ ਕਾਉਂਸਲ ਕਰਨਾ, ਉਹਨਾਂ ਨੂੰ ਕਾਉਂਸਲ ਕਰਨਾ। ਔਰ ਉਹਦਾ ਸਾਨੂੰ ਫਾਇਦਾ ਜੋ ਹੋਇਆ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੋਲ ਵੋਲੰਟਰੀਲੀ ਬਹੁਤ ਸਾਰੇ ਲੋਕ ਲਿਸਟ ਮੇਰੇ ਕੋਲ ਰੈਡੀ ਹੈ ਜਿਹੜੇ ਕਹਿ ਰਹੇ ਕਿ ਸਾਡਾ ਇਲਾਜ ਕਰਾਓ। ਸੋ ਅਸੀਂ ਉਹ ਕਰ ਰਹੇ ਹਾਂ। ਇਹ ਇੱਕ ਬਹੁਤ ਵੱਡਾ ਉਪਰਾਲਾ ਔਰ ਡਰੱਗਸ ਨੂੰ ਖਤਮ ਕਰਨ ਦੇ ਲਈ ਸਭ ਤੋਂ ਵੱਡਾ ਸਟੈਪ ਇਹ ਡਰੱਗ ਡੀ ਐਡਿਕਸ਼ਨ ਕੈਂਪਸ ਹੈਗੇ। ਤੁਹਾਡਾ ਏਰੀਆ ਮਕਬੂਲਪੁਰਾ ਕਾਫੀ ਕਿਹਾ ਜਾਏ ਤੇ ਡਰੱਗਸ ਨੂੰ ਲੈ ਕੇ ਕਾਫੀ ਦੀਆਂ ਵੀਡੀਓ ਵਾਇਰਲ ਹੁੰਦੀਆਂ ਸੀ, ਕੰਮ ਜ਼ਰੂਰ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਤੁਹਾਨੂੰ ਕੀ ਲੱਗਦਾ ਹਜੇ ਹੋਰ ਕੀ ਕੰਮ ਕਰਨਾ ਬਾਕੀ ਹੈ? ਦੇਖੋ ਅਜੇ ਤਾਂ ਬਹੁਤ ਸਾਰਾ, ਅਜੇ ਤਾਂ ਸ਼ੁਰੂਆਤ ਹੋਈ ਹੈ। 7 ਮਹੀਨੇ ਤਾਂ ਕੁਝ ਵੀ ਨਹੀਂ ਹੁੰਦੇ, ਪਰ ਮੇਰੇ ਨਾਲ ਇਹ ਮੰਨਣਾ ਹੈ ਕਿ 7 ਮਹੀਨਿਆਂ ਦੇ ਵਿੱਚ ਅਸੀਂ ਉਹ ਜ਼ਰੂਰ ਕੀਤਾ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਕਈ ਲੀਡਰਸ ਨੇ ਨਹੀਂ ਕੀਤਾ, ਬਹੁਤ ਸਾਰੀਆਂ ਸਰਕਾਰਾਂ ਨੇ ਨਹੀਂ ਕੀਤਾ। ਜਿੱਦਾਂ ਅਸੀਂ ਬੀਇੰਗ ਐਨ ਐਮਐਲਏ, ਅਸੀਂ ਜੇ ਕਿਤੇ ਡਰੱਗ ਐਡਿਕਟ ਹੈਗਾ ਆ ਵੋਲੰਟਰੀਲੀ ਉਹਨਾਂ ਨੂੰ ਕਾਉਂਸਲ ਕਰਨਾ, ਸਾਡੀਆਂ ਟੀਮਸ ਲੱਗੀਆਂ ਨੇ, ਲਿਸਟਾਂ ਬਣਾਉਣੀਆਂ, ਆਪ ਪਕੜ ਕੇ ਉਹਨਾਂ ਨੂੰ ਲੈ ਕੇ ਜਾ ਕੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਨੂੰ ਦਾਖਲ ਕਰਾ ਕੇ ਆਉਣਾ, ਪਲੱਸ 10 ਡੇਜ਼ ਰਿਪੋਰਟ ਲੈਣੀ ਰੈਗੂਲਰ। ਇੱਕ ਤਾਂ ਹੁੰਦਾ ਕਿ ਇੰਨੀ ਕੁ ਜ਼ਿੰਮੇਵਾਰੀ ਸਮਝੀ ਆਪਣੀ ਕਿ ਚਲੋ ਅਸੀਂ ਉੱਥੇ ਦਾਖਲ ਕਰਾਏ ਹਾਂ, ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰੀ ਆਪਣੀ ਤੋਂ ਹਟ ਗਏ ਕਿ ਸਾਡੀ ਨਹੀਂ ਹੈ। ਪਰਿਵਾਰ ਨੇ ਅਗਰ ਨਾ ਕੀਤੀ ਕਿ ਅਸੀਂ ਕਿਸੇ ਬੰਦੇ ਨੂੰ ਉੱਥੇ ਨਹੀਂ ਭੇਜ ਸਕਦੇ ਤਾਂ ਸੀਪੀ ਸਾਹਿਬ ਕੋਲੋਂ ਅਸੀਂ ਹੈਲਪ ਲੈ ਕੇ ਇੱਕ ਲੇਡੀ ਕਨਸਟੇਬਲ ਨੂੰ ਉੱਥੇ 10 ਦਿਨ ਰੱਖਿਆ ਹੈ। ਡੇਲੀ ਬੇਸਿਸ ਦੇ ਉੱਤੇ ਮੈਂ ਰਿਪੋਰਟ ਲੈ ਰਹੀ ਹਾਂ ਕਿ ਕੀ ਉਸ ਬੱਚੀ ਦੀ ਕੀ ਪ੍ਰੋਗਰੈਸ ਹੈ ਜਾਂ ਕੀ ਰਿਪੋਰਟ ਹੈ। ਸੋ ਇਹੋ ਜਿਹੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਆ। ਤੁਹਾਡੇ ਵੱਲੋਂ ਤੇ ਉਹ ਬੱਚੀ ਦਾ ਪਤਾ ਵੀ ਲਗਾਇਆ ਗਿਆ ਜਦੋਂ ਦੀ ਵੀਡੀਓ ਵਾਇਰਲ ਹੁੰਦੀ ਹੈ, ਤੇ ਦੇਖੋ ਨਾ ਬਹੁਤ ਸਾਰੀਆਂ ਐਸੀ ਹੋਰ ਬੱਚੀਆਂ ਹੈਗੀਆਂ। ਤੁਹਾਨੂੰ ਕੀ ਲੱਗਦਾ ਵੀ ਡਰੱਗ ਦੀ ਸਮੱਸਿਆ ਲਈ ਜ਼ਿੰਮੇਦਾਰ ਕੌਣ ਹੈ? ਦੇਖੋ ਇਹ ਕੈਟੇਗੋਰੀਕਲੀ ਇੱਕ ਚੀਜ਼ ਨੂੰ ਇੱਕ ਜਣੇ ਨੂੰ ਜ਼ਿੰਮੇਵਾਰ ਠਹਿਰਾਉਣਾ ਜਿਹੜਾ ਹੈਗਾ ਉਹ ਮੁਸ਼ਕਿਲ ਹੋ ਜਾਂਦਾ ਹੈ। ਬਟ ਯੈਸ ਪੂਰਾ ਸਿਸਟਮ ਪਿਛਲੇ ਬਹੁਤ ਸਾਲਾਂ ਤੋਂ ਖਰਾਬ ਹੈ। ਅਸੀਂ ਤਾਂ ਇਹ ਕੰਮ ਕਰ ਸਕਦੇ ਹਾਂ ਜਾਂ ਮੈਂ ਇਹ ਦੱਸ ਸਕਦੀ ਕਿ ਅਸੀਂ ਠੀਕ ਕੀ ਕਰਨਾ ਚਾਹੁੰਦੇ ਹਾਂ ਜਾਂ ਸਾਡੀ ਇੰਟੈਂਟ ਕੀ ਹੈ। ਔਰ ਅਸੀਂ ਸਮੇਂ-ਸਮੇਂ 'ਤੇ ਬਹੁਤ ਕਲੀਅਰ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਇੱਕ ਵਾਹਿਦ ਅਜਿਹੀ ਪਾਰਟੀ ਹੈ ਜਿਹਦੇ ਕੋਲ ਕੰਮ ਕਰਨ ਦੀ ਨੀਅਤ ਨੀਤੀ ਦੋਨੋਂ ਹੈ ਔਰ ਉਹ ਅਸੀਂ ਕਰਕੇ ਦਿਖਾ ਰਹੇ ਹਾਂ। ਜੀ ਸੁਮਿਤ ਸੰਮੇਲਨ ਹੋ ਰਿਹਾ ਜੀ, ਪੰਜਾਬ ਲਈ ਮਾਣ ਦੀ ਗੱਲ ਹੈ, ਪਰ ਸ਼ਹਿਰ ਚੌਕ ਹੈ ਪੂਰਾ। ਦੇਖੋ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਹੋ ਗਈ ਸ਼ਹਿਰ ਦੀ, ਤੇ ਤੁਹਾਡੇ ਏਰੀਏ ਵਿੱਚ ਵੀ ਹੈਗਾ। ਤੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਆ ਠੀਕ ਹੋਏਗਾ ਕਦੀ? ਲੋਕ ਕਿਉਂਕਿ ਟੂਰਿਸਟ ਇਹ ਹੁਣ ਕਹਿੰਦੇ ਵੀ ਅੰਮ੍ਰਿਤਸਰ ਠੀਕ ਨਹੀਂ ਹੋਣਾ। ਬਿਲਕੁਲ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਹੈ ਜਿਹਨੂੰ ਅਸੀਂ ਕਹਿ ਦਈਏ ਦੇਰ ਇਜ਼ ਨੋ ਵਰਡ ਐਜ਼ ਇੰਪੋਸੀਬਲ। ਠੀਕ ਹੈ, ਉਹ ਕਹਿੰਦੇ ਨਾ ਇੰਪੋਸੀਬਲ ਵਰਡ ਇਜ਼ ਇਨ ਦ ਡਿਕਸ਼ਨਰੀ ਆਫ ਫੂਲਸ। ਸੋ ਮੈਂ ਨਹੀਂ ਇਹ ਮੰਨਦੀ ਹੈਗੀ ਕਿ ਕਿਤੇ ਨਾ ਕਿਤੇ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਕੰਮ ਕਰਨ ਦੀ ਨੀਅਤ ਨਹੀਂ ਸੀਗੀ। ਅਸੀਂ ਇਹਦੇ 'ਤੇ ਬਹੁਤ ਸੀਰੀਅਸ ਨੋਟ 'ਤੇ ਕੰਮ ਕਰਦੇ ਪਏ। ਇਨਫੈਕਟ ਮੈਂ ਅੱਜ ਵੀ ਬੱਸ ਸਟੈਂਡ ਦੇ ਸਾਹਮਣੇ ਹੀ ਸੀਗੀ ਸਵੇਰੇ, ਫੁੱਟਪਾਥਸ ਕਿਵੇਂ ਕਲੀਅਰ ਕਰਨੀਆਂ ਨੇ। ਅਸੀਂ ਸਭ ਕੁਝ ਠੀਕ ਕਰਵਾਉਣਾ ਚਾਹੁੰਦੇ ਹਾਂ, ਪਰ ਇਹ ਨਹੀਂ ਚਾਹੁੰਦੇ ਕਿ ਕਿਸੇ ਦੀ ਰੋਜ਼ੀ ਰੋਟੀ ਦੀ ਕੋਸਟ ਦੇ ਉੱਤੇ ਉਹ ਕੀਤਾ ਜਾਏ। ਸੋ ਅੱਜ ਵੀ ਉੱਥੇ ਜਿਹੜੇ ਰੇਹੜੀ ਵਾਲੇ ਆ ਫੁੱਟਪਾਥ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਅਸੀਂ ਇਹ ਸਮਝਾ ਰਹੇ ਸੀਗੇ ਕਿ ਤੁਹਾਨੂੰ ਅਸੀਂ ਇੱਕ ਜਗ੍ਹਾ ਦੇ ਰਹੇ ਹਾਂ, ਸਟਰੀਟ ਵੈਂਡਿੰਗ ਜ਼ੋਨਸ ਬਣਾ ਕੇ ਅਸੀਂ ਉਹਨਾਂ ਨੂੰ ਦਿਆਂਗੇ। ਉੱਥੇ ਕੁਝ ਲੋਕਾਂ ਨੂੰ ਅਸੀਂ ਸ਼ਿਫਟ ਵੀ ਕੀਤਾ ਔਰ ਉੱਥੇ ਚੰਗਾ ਰਿਜ਼ਲਟ ਉਹਦਾ ਆ ਰਿਹਾ, ਪਰ ਸਹਿਮਤੀ ਦੇ ਨਾਲ। ਸੋ ਅੱਜ ਵੀ ਉਹਨਾਂ ਨੂੰ ਸਮਝਾ ਕੇ ਆਏ ਹਾਂ ਕਿ ਕੁਝ ਦਿਨ ਤੁਸੀਂ ਲੈ ਲਓ, ਕੁਝ ਦਿਨ ਅਸੀਂ ਤੁਹਾਨੂੰ ਇੱਥੋਂ ਨਹੀਂ ਛੇੜਦੇ, ਪਰ ਤੁਸੀਂ ਮੈਂਟਲੀ ਇਸ ਚੀਜ਼ ਲਈ ਪ੍ਰੀਪੇਅਰ ਹੋਵੋ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ, ਉਹਦੇ ਵਿੱਚ ਤੁਹਾਡੀ ਵੀ ਭਲਾਈ ਹੋਏਗੀ। ਸੋ ਵੀ ਆਰ ਔਨ ਇਟ।
ਔਰ ਬਹੁਤ ਜਲਦੀ ਇਹਦਾ ਚੰਗਾ ਰਿਜ਼ਲਟ ਆਏਗਾ। ਔਰ ਜਿਹੜਾ ਜੀ ਸਮਿਟ ਹੈ, ਇਸ ਵਾਰ ਜੀ ਸਮਿਟ ਦੇ ਵਿੱਚ ਲੋਕ ਆਪਣਾ ਜਿਹੜਾ ਓਪੀਨੀਅਨ ਹੈ ਗੁਰੂ ਕੀ ਨਗਰੀ ਬਾਰੇ ਇੱਕ ਚੇਂਜ ਓਪੀਨੀਅਨ ਲੈ ਕੇ ਜਾਣਗੇ। ਅੱਛਾ, ਕੋਈ ਵੀ ਕੰਮ ਹੁੰਦਾ ਜੀ, ਦੇਖੋ ਠੀਕ ਕਰਨੀ ਹੁੰਦੀ ਵਿਵਸਥਾ, ਪੋਲੀਟੀਕਲ ਵੋਟ ਬੈਂਕ ਦੀ ਰਾਜਨੀਤੀ ਆ ਜਾਂਦੀ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਨਹੀਂ ਲੱਗਦਾ ਕਿ ਵੋਟ ਬੈਂਕ ਦੀ ਰਾਜਨੀਤੀ ਨੇ ਬਹੁਤ ਕਾਨ ਕੀਤਾ ਹੈ? ਐਕਚੁਅਲੀ ਅਜੇ ਤੱਕ ਜੋ ਹਾਲਾਤ ਬਣੇ ਨੇ ਉਹ ਅੱਜ ਮੈਂ ਰੀਅਲਾਈਜ਼ ਕਰਦੀ ਹਾਂ ਕਿ ਉਹ ਵੋਟ ਬੈਂਕ ਦੀ ਰਾਜਨੀਤੀ ਕਰਕੇ ਹੀ ਇਹ ਹਾਲਾਤ ਬਣੇ ਹੈ। ਔਰ ਹਰ ਲੀਡਰ ਆਪਣਾ ਸਿਰਫ ਇੱਥੇ ਤੱਕ ਸਮਝ ਲੈਂਦਾ ਸੀ। ਨਾਓ ਹੈਡ ਆਈ ਬਿਨ ਫਰੋਮ ਸਮ ਅਦਰ ਪਾਰਟੀ, ਮੈਂ ਇੱਕ ਐਗਜ਼ਾਮਪਲ ਦਿੰਨੀ ਕਿ ਅੱਜ ਸਵੇਰੇ ਜੋ ਹੋਇਆ, ਮੈਂ ਵੀ ਉੱਥੇ ਜਾ ਕੇ ਸਿਰਫ ਇੰਨਾ ਕੁ ਕਹਿਣ ਦੀ ਕਿ ਠੀਕ ਹੈ, ਨਹੀਂ ਜੀ ਜਿੱਦਾਂ ਹੈਗਾ ਇੱਦਾਂ ਹੀ ਰਹਿਣ ਦਿਓ, ਇਹਨੂੰ ਛੇੜਨਾ ਨਹੀਂ ਹੈ। ਪਰ ਨਹੀਂ, ਅਸੀਂ ਇੱਕ ਬੈਲੈਂਸ ਕ੍ਰੀਏਟ ਕਰਨਾ ਹੈਗਾ। ਉਹ ਬੈਲੈਂਸ ਇਹ ਹੈ ਕਿ ਉਹਨਾਂ ਨੂੰ ਮੈਂ ਸਮਾਂ ਦੇ ਆਈ ਹਾਂ। ਉਸ ਤੋਂ ਬਾਅਦ ਸਾਡੇ ਬੰਦਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਰੋਜ਼ ਉਹਨਾਂ ਦੇ ਕੋਲ ਜਾਣਗੇ, ਉਹਨਾਂ ਨੂੰ ਇਹ ਕਹਿ ਕੇ ਆਏ ਆ ਕਿ ਚੇਂਜ ਤੁਹਾਨੂੰ ਕਰਨਾ ਪਏਗਾ ਪਰ ਸਹਿਮਤੀ ਨਾਲ ਕਰਾਂਗੇ। ਸੋ ਅਸੀਂ ਅੱਗੇ ਵੀ ਜਾ ਰਹੇ ਨਾ, ਵੀ ਗੋਇੰਗ ਵਨ ਸਟੈਪ ਅਹੈਡ। ਅੱਗੇ ਸੀ ਕਿ ਇੱਥੇ ਤੱਕ ਖਤਮ ਹੋ ਗਿਆ, ਵੋਟ ਬੈਂਕ ਹੈ, ਅਸੀਂ ਆਪਣਾ ਵੋਟ ਸੰਭਾਲ ਲਿਆ, ਸਾਨੂੰ ਸ਼ਹਿਰ ਦੇ ਨਾਲ ਲੈਣਾ ਦੇਣਾ ਨਹੀਂ ਹੈ, ਪਰ ਸਾਨੂੰ ਹਰ ਕਿਸੇ ਦੇ ਨਾਲ ਲੈਣਾ ਦੇਣਾ। ਮੈਂ ਇਹ ਗੱਲ ਕਹਿ ਰਹੀ ਕਿ ਇੱਕ ਕੰਮ ਮੈਂ ਠੀਕ ਕਰਾਂਗੀ ਪਰ ਮੈਂ ਦੂਜੇ ਦੀ ਕਾਸਟ ਤੇ ਨਹੀਂ ਕਰਾਂਗੀ। ਸੋ ਉਹ ਬੈਲੈਂਸ ਕ੍ਰੀਏਟ ਕੀਤਾ ਜਾਏਗਾ, ਹਰ ਕਿਸੇ ਨੂੰ ਕਾਉਂਸਲ ਕਰਕੇ ਸਮਝਾ ਕੇ ਸਹਿਮਤੀ ਦੇ ਨਾਲ ਇੱਕ ਚੰਗਾ ਸਟੈਪ ਲਿਆ ਜਾਏਗਾ। ਇੰਟੈਂਸ਼ਨਸ ਕਲੀਅਰ ਹੈ? ਵੈਰੀ ਕਲੀਅਰ ਕਿ ਅਸੀਂ ਡਿਲੀਵਰ ਕਰਨਾ ਹੈ। ਉਹਦੇ ਲਈ 2 ਮਹੀਨੇ ਦੀ ਬਜਾਏ 4 ਲੱਗ ਜਾਣ ਜਾਂ 5 ਲੱਗ ਜਾਣ, ਬਟ ਵੀ ਹੈਵ ਟੂ ਡਿਲੀਵਰ। ਇੱਕ ਲਾਸਟ ਵਾਲਾ ਜੀ, ਤੁਸੀਂ ਵੀ ਰਾਜਨੀਤੀ ਕੋ ਪਿਛੋਕੜ ਕਰਨੀ ਹੈ, ਤੁਸੀਂ ਰਾਜਨੀਤੀ ਚਾਹੇ NGO ਚਲਾਉਂਦੇ ਸੀਗੇ। ਅਨਮੋਲ ਗਗਨ ਮਾਨ ਦੀ ਮੈਂ ਗੱਲ ਜ਼ਰੂਰ ਕਰਾਂਗਾ। ਉਹ 2 ਦਿਨ ਪਹਿਲੇ ਜਾਂਦੇ ਆ ਆਪਣੇ ਮਾਈਨਿੰਗ ਨੂੰ ਲੈ ਕੇ, ਉਹ ਕਾਫੀ ਕਿਉਂਕਿ ਇਲੀਗਲ ਕੰਮ ਹੁੰਦੇ ਆ ਤੇ ਕੋਈ ਵੀ ਕੰਮ ਅਧਿਕਾਰੀਆਂ ਦੀ ਮਿਲੀ ਭਗਤ ਤੋਂ ਬਿਨਾਂ ਨਹੀਂ ਹੁੰਦਾ। ਇਹ ਨਾਲ ਹੀ ਦੂਸਰਾ ਸਵਾਲ, ਸੜਕ ਬੰਦੀ ਹੁੰਦੀ ਹੈ, ਉਹ ਜਾਂਦੇ ਆ ਪੈਰ ਮਾਰਦੇ ਆ, ਸੜਕ ਹੱਥ ਜਾਏ, ਕਹਿੰਦੇ ਵੀ ਤੁਸੀਂ ਕਿੰਨਾ ਪੈਸਾ, ਵੀ ਕਿੰਨੇ ਠੇਕੇਦਾਰ ਦੇ ਪੱਲੇ ਵੀ ਕੋਈ ਛੱਡਿਆ ਜੇ ਨਹੀਂ ਛੱਡਿਆ। ਮਤਲਬ ਇਸ ਤਰ੍ਹਾਂ ਦੀ ਸਿਸਟਮ ਇੱਕ ਜਗ੍ਹਾ ਤਾਂ ਹੈ ਨਹੀਂ, ਪੂਰੇ ਪੰਜਾਬ ਦੇ ਵਿੱਚ ਵੀ ਚੱਲਦਾ। ਤੁਸੀਂ ਐਜ਼ ਏ MLA ਵੀ ਕਿਆ ਅਧਿਕਾਰੀਆਂ ਨੂੰ ਕਿਆ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਤੁਸੀਂ ਕਿਆ ਐਕਟ ਕਰੋਗੇ? ਕੋਈ ਪਲਾਨ ਬਣਾਇਆ ਤੁਸੀਂ? ਦੇਖੋ, ਜਿਸ ਦਿਨ ਮੈਨੂੰ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਸੀਗਾ, ਉਸੇ ਦਿਨ ਸਾਰੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਲੈ ਲਈ ਗਈ ਸੀਗੀ ਔਰ ਉਹਨਾਂ ਨੂੰ ਇੱਕ ਗੱਲ ਬਹੁਤ ਕਲੀਅਰ ਤੇ ਇੱਕ ਲਾਊਡ ਮੈਸੇਜ ਦੇ ਦਿੱਤਾ ਗਿਆ ਸੀ ਕਿ ਸਿਸਟਮ ਬਦਲ ਚੁੱਕਾ ਹੈ। ਇਸ ਸਿਸਟਮ ਦੇ ਵਿੱਚ ਤੁਹਾਨੂੰ ਅਗਰ ਸਰਵਾਈਵ ਕਰਨਾ ਹੈ ਚੰਗੇ ਤਰੀਕੇ ਨਾਲ ਤੇ ਤੁਹਾਨੂੰ ਵੀ ਬਦਲਣਾ ਪਏਗਾ। ਜਿਹੜਾ EMPLOYEE ਅੱਜ ਆਪਣੇ ਆਪ ਨੂੰ ਇਸ ਬਦਲੇ ਹੋਏ ਸਿਸਟਮ ਦਾ ਹਿੱਸਾ ਨਹੀਂ ਬਣਾਉਂਦਾ, ਫਿਰ ਉਹਨੂੰ ਕਿਤੇ ਨਾ ਕਿਤੇ ਉਹਦਾ ਨਤੀਜਾ ਭੁਗਤਣਾ ਪਏਗਾ। ਮਤਲਬ ਫਿਰ ਗੱਲ ਹੋਈ ਹੈ ਜੀ, 116 MLA ਜੇ ਉਸ ਤਰ੍ਹਾਂ ਹੀ ਕੰਮ 117 ਇਕਜੁੱਟ ਹੋ ਕੇ ਕੰਮ ਕਰਨ ਤੇ ਪੰਜਾਬ ਵਾਕਈ ਰੰਗਲਾ ਪੰਜਾਬ ਬਣ ਜਾਊ। ਨਹੀਂ ਜੀ, ਅਸੀਂ ਬਿਲਕੁਲ ਰੰਗਲਾ ਪੰਜਾਬ ਬਣਾਵਾਂਗੇ ਔਰ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇੱਕ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਡੀ ਨੀਅਤ ਤੇ ਨੀਤੀ ਬਹੁਤ ਕਲੀਅਰ ਹੈ, ਨੀਅਤ ਬਹੁਤ ਸਾਫ਼ ਹੈ। ਸਮਾਂ ਥੋੜਾ ਅੱਗੇ ਪਿੱਛੇ ਹੋ ਸਕਦਾ ਹੈ ਪਰ ਜੋ ਵੀ ਰਿਜ਼ਲਟ ਆਏਗਾ ਬਹੁਤ ਚੰਗਾ ਆਏਗਾ ਔਰ ਸਾਡੇ 117 ਦੇ 117 MLAs ਇਸੇ ਨੀਅਤ ਦੇ ਨਾਲ ਕੰਮ ਕਰਦੇ ਪਏ। ਦੇਖੋ, ਇਹ ਜੀਵਨਜੋਤ ਕੌਰ MLA ਨੇ ਈਸਟ ਵਿਧਾਨ ਸਭਾ ਬਹੁਤ ਦਿੱਗਜਾਂ ਨੂੰ ਉਹਨਾਂ ਨੇ ਹਰਾਇਆ ਸੀ, ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੂੰ। ਇੰਟੈਂਸ਼ਨਸ ਕਹਿੰਦੇ ਕਲੀਅਰ ਹੈ, ਅਧਿਕਾਰੀਆਂ ਨੂੰ ਵੀ ਸੰਦੇਸ਼ ਦਿੱਤਾ ਹੈ। ਨਸ਼ੇ ਦੀ ਬੜੀ ਵੱਡੀ ਸਮੱਸਿਆ ਹੈ, ਬਹੁਤ ਸਾਲਾਂ ਤੋਂ ਸਮੱਸਿਆ ਹੈ। ਕਹਿੰਦੇ ਸਰਕਾਰ ਕੰਮ ਤਾਂ ਕਰ ਰਹੀ ਹੈ ਪਰ ਹੁਣ ਲੋਕਾਂ ਨੂੰ ਵੀ ਇਹਨਾਂ ਦਾ ਸਹਿਯੋਗ ਕਰਨਾ ਪਏਗਾ। ਹੁਣ ਇੱਥੇ ਹੋਰ ਵੀ ਆਏ ਨੇ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਾਨਾ ਨੇ ਅੰਮ੍ਰਿਤਸਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਨਮਸਕਾਰ ਜੀ। ਨਮਸਕਾਰ ਜੀ। ਅੱਜ ਤੁਸੀਂ ਕੈਂਪ ਤੇ ਆਏ ਹੋ, ਵੈਸੇ ਤਾਂ ਤੁਹਾਡਾ ਹੁਣੇ ਹੀ ਜੁਆਇਨ ਕੀਤਾ ਤੁਸੀਂ ਐਜ਼ ਏ ਕਮਿਸ਼ਨਰ ਦੁਬਾਰਾ, ਤੇ ਕੀ ਪਲਾਨ ਹੈ? ਤੁਹਾਨੂੰ ਕੀ ਲੱਗਦਾ ਵੀ ਸ਼ਹਿਰ ਲਈ ਕਿਹੜੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ? ਦੇਖੋ, ਸ਼ਹਿਰ ਦੇ ਵਿੱਚ ਪ੍ਰਾਇਰਟੀਜ਼ ਜਿਹੜੀਆਂ ਸਭ ਤੋਂ ਵੱਡੀਆਂ, ਸਭ ਤੋਂ ਪਹਿਲਾਂ ਕਿਸੇ ਵੀ ਕਾਰਪੋਰੇਸ਼ਨ ਲਈ ਜਾਂ ਕਿਸੇ ਸੰਸਥਾ ਦੇ ਲਈ ਜ਼ਰੂਰੀ ਹੁੰਦਾ ਉਹਦੇ ਫਾਈਨੈਂਸ਼ੀਅਲ ਜਿਹੜੀ ਉਹਦੀ ਰਿਸੋਰਸਿਸ ਆ ਉਹਨਾਂ ਨੂੰ ਤਕੜੇ ਕਰਨਾ। ਤਾਂ ਮਿਊਨਿਸਪਲ ਕਾਰਪੋਰੇਸ਼ਨ ਕਿਉਂਕਿ ਲੋਕਲ ਸੈਲਫ ਗਵਰਨਮੈਂਟ ਦੇ ਅਦਾਰੇ ਨੇ, ਸੋ ਇਹਨਾਂ ਨੂੰ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰਨਾ ਪਵੇਗਾ। ਉਹਦੇ ਲਈ ਜ਼ਰੂਰੀ ਹੈ ਕਿ ਰੈਵਨਿਊ ਸਟਰੀਮ ਜਿਹੜੀਆਂ ਸੁੱਕੀਆਂ ਨੇ ਉਹਨਾਂ ਨੂੰ ਫਿਰ ਤੋਂ ਹਰਾ ਕੀਤਾ ਜਾਵੇ। ਖਾਸ ਤੌਰ 'ਤੇ ਸਭ ਤੋਂ ਵੱਡੀ ਸਾਡੀ ਸੋਰਸ ਆਫ ਇਨਕਮ ਜਿਹੜੀ ਉਹ ਪ੍ਰੋਪਰਟੀ ਟੈਕਸ ਹੈ ਔਰ ਦੂਸਰਾ ਬਿਲਡਿੰਗ ਬ੍ਰਾਂਚ ਹੈ ਜਿੱਥੋਂ ਕਾਫੀ ਵੱਡੀ ਇਨਕਮ ਆਉਂਦੀ ਹੈ। ਸੋ ਪ੍ਰੋਪਰਟੀ ਟੈਕਸ ਜਿਹੜਾ ਹੈ, ਮੈਂ 1-2 ਸਮਾਰਟ ਸਿਟੀ ਦੇ ਵਿੱਚ ਪਹਿਲਾਂ ਵੀ ਜਾ ਕੇ ਹੋਰਾਂ ਸਮਾਰਟ ਸਿਟੀ ਵਿਜ਼ਿਟ ਕੀਤਾ। ਅੰਮ੍ਰਿਤਸਰ ਦੀ ਆਬਾਦੀ ਜਿੰਨਾ ਇੱਕ ਸਮਾਰਟ ਸਿਟੀ ਹੈ ਰਾਜਕੋਟ ਗੁਜਰਾਤ ਦੇ ਵਿੱਚ, ਸਾਡੀ ਜਿਹੜੀ ਇਨਕਮ ਹੈ ਉਹ 30 ਕਰੋੜ ਹੈ ਪ੍ਰੋਪਰਟੀ ਟੈਕਸ ਤੋਂ, ਔਰ ਸੇਮ ਸ਼ਹਿਰ ਜਿਹੜਾ ਰਾਜਕੋਟ ਆ ਉਹਦੀ 120 ਕਰੋੜ ਹੈ। ਸੋ ਕਿੱਡਾ ਵੱਡਾ ਗੈਪ 90 ਕਰੋੜ ਦਾ ਹੈ ਜਿਹੜਾ ਇਹਨਾਂ 2 ਸਿਟੀ ਦੇ ਵਿੱਚ ਹੈ। ਸੋ ਫਾਈਨਾਂਸਿਸ ਜਿਹੜੇ ਨੇ ਉਹ ਜ਼ਰੂਰੀ ਨੇ, ਇਸ ਕਰਕੇ ਅਸੀਂ ਪ੍ਰੋਪਰਟੀ ਟੈਕਸ ਦੀਆਂ ਲੀਕੇਜਸ ਜਿਹੜੀਆਂ ਨੇ ਔਰ ਕਈ ਥਾਵਾਂ 'ਤੇ ਇੱਥੇ ਅੰਡਰ ਸਟੇਟਮੈਂਟ ਹੈ ਟੈਕਸ ਦੀ, ਉਹ ਸਾਰੀਆਂ ਅਸੀਂ ਫੜਾਂਗੇ। ਔਰ ਵੱਡੇ ਜਿਹੜੇ ਅਦਾਰੇ ਨੇ, ਈਵਨ ਅਸੀਂ ਮੈਂ ਤਾਂ ਲੋਕਾਂ ਨੂੰ ਅਪੀਲ ਕਰਾਂਗਾ, ਰੈਜ਼ੀਡੈਂਸ਼ੀਅਲ ਵਾਲੇ ਵੀ ਜਿਹੜੇ ਨੇ ਉਹ ਵੀ ਆਪਣਾ ਜਿਹੜਾ ਟੈਕਸ ਆ ਉਹ ਸਮੇਂ ਸਿਰ ਔਰ ਦਿਆਨਤਦਾਰੀ ਨਾਲ ਦੇਣ, ਕਿਉਂਕਿ ਟੈਕਸ ਦੇ ਨਾਲ ਹੀ, ਉਹਨਾਂ ਦੇ ਦਿੱਤੇ ਹੋਏ ਟੈਕਸ ਦੇ ਨਾਲ ਹੀ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਉਹ ਸੰਭਵ ਹੈ। ਰੈਵਨਿਊ ਤੋਂ ਇਲਾਵਾ ਫਿਰ ਸੈਕਿੰਡ ਵੱਡੀ ਜਿਹੜੀ ਸਾਡੀ ਆਪਸ਼ਨ ਹੈ ਉਹ ਹੈ ਇਲੀਗਲ ਬਿਲਡਿੰਗਸ ਜਿਹੜੀ ਆ ਉਹਨਾਂ ਦਾ ਨਕੇਲ ਪਾਉਣ ਦੀ। ਸਮੇਂ ਸਿਰ ਅਸੀਂ ਐਫਰਟ ਕਰਦੇ ਹਾਂ, ਸੀਲਿੰਗ ਵੀ ਕਰਦੇ ਹਾਂ,
ਮੇਰੀ ਪਹਿਲਾਂ ਤਾਂ ਲੋਕਾਂ ਨੂੰ ਅਪੀਲ ਹੈ ਕਿ ਜਿਹਨੇ ਵੀ ਆਪਣੀ ਬਿਲਡਿੰਗ ਬਣਾਉਣੀ ਹੈ ਕੋਈ, ਉਹ ਮਿਊਨਿਸਪਲ ਕਾਰਪੋਰੇਸ਼ਨ ਤੋਂ ਆਪਣਾ ਨਕਸ਼ਾ ਪਾਸ ਕਰਵਾਵੇ। ਪਹਿਲਾਂ ਲੋਕਾਂ ਦੇ ਵਿੱਚ ਮਨ 'ਚ ਧਾਰਨਾ ਸੀ ਕਿ ਨਗਰ ਨਿਗਮ ਦੇ ਵਿੱਚੋਂ ਨਕਸ਼ਾ ਪਾਸ ਕਰਵਾਉਣਾ ਜਿਹੜਾ ਬਹੁਤ ਔਖਾ ਹੈ, ਕਿਉਂਕਿ ਕਾਫੀ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਉਹ ਸਰਕਾਰ ਦੇ ਪੱਧਰ 'ਤੇ ਸੀ। ਜਦੋਂ ਇਹ ਸਰਕਾਰ ਨੇ ਚਾਰਜ ਸੰਭਾਲਿਆ ਔਰ ਰਿਫਾਰਮਸ ਪ੍ਰੋਸੈਸ ਜਿਹੜੇ ਆ ਉਹ ਲਿਆਂਦੇ ਨੇ, ਲੀਹ ਉੱਤੇ ਲਿਆਂਦੇ ਨੇ, ਤਾਂ ਉਹਨਾਂ ਦੇ ਵਿੱਚ ਰਿਫਾਰਮਸ ਦੇ ਵਿੱਚ ਹੀ ਹੈ ਕਿ ਲੋਕਾਂ ਨੂੰ ਜਿਹੜੀ ਸਰਵਿਸਿਜ਼ ਹੈ ਉਹ ਡੋਰ ਸਟੈਪਸ 'ਤੇ ਮਿਲ ਜਾਵੇ। ਉਹਨਾਂ ਸਰਵਿਸਿਜ਼ ਦੇ ਵਿੱਚ ਹੀ ਲੋਕਲ ਗੌਰਮੈਂਟ ਦੀਆਂ ਕਾਫੀ ਜਿਹੜੀਆਂ ਸੈਂਕਸ਼ਨਿੰਗ ਪਾਵਰਸ ਸੀ, ਜਿਹੜੀਆਂ ਪਹਿਲਾਂ ਚੰਡੀਗੜ੍ਹ ਲੈਵਲ 'ਤੇ ਸੀ, ਉਹ ਸਾਰੀਆਂ ਹੁਣ ਡੈਲੀਗੇਟ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਲੈਵਲ 'ਤੇ ਆ ਗਈਆਂ ਨੇ, ਜਿਹਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਪਹਿਲਾਂ ਸਾਡੇ ਮਹਿਕਮੇ ਬਾਰੇ ਨੈਗੇਟਿਵ ਇਮੇਜ ਸੀ ਕਿ ਜੀ ਨਕਸ਼ਾ ਤਾਂ ਪਾਸ ਹੋਣਾ ਨਹੀਂ ਆ ਤਾਂ ਇਲੀਗਲ ਬਣਾ ਲਓ, ਉਹ ਚੀਜ਼ ਖਤਮ ਹੋ ਜਾਏਗੀ। ਔਰ ਉਹਦੇ ਵਿੱਚ ਅਸੀਂ ਜਿਹੜਾ ਹੈ ਲੋਕਾਂ ਨੂੰ ਫੈਸਿਲੀਟੇਟ ਕਰਾਂਗੇ ਔਰ ਸਾਡੇ ਸਟਾਫ ਨੂੰ ਵੀ ਪੂਰੀ ਹਦਾਇਤ ਹੋਏਗੀ ਕਿ ਕਿਸੇ ਕਿਸਮ ਦੀ ਪੂਰੀ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਨ। ਇਲੀਗਲ ਬਿਲਡਿੰਗ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਸਾਡੀ ਕਾਰਵਾਈ ਜਾਰੀ ਰਹੇਗੀ। ਅਸੀਂ ਇਹ ਇਨਸ਼ੋਰ ਕਰਾਂਗੇ ਕਿ ਕੋਈ ਵੀ ਬਿਲਡਿੰਗ ਜਿਹੜੀ ਆ ਉਹ ਬਿਨਾਂ ਨਕਸ਼ੇ ਤੋਂ ਜਦੋਂ ਨਾ ਕੋਈ ਸ਼ੁਰੂ ਹੋਵੇ। ਤੁਸੀਂ ਦੋ ਗੱਲਾਂ ਕੀਤੀਆਂ, ਇੱਕ ਤਾਂ ਕਿਹਾ ਵੀ 30 ਕਰੋੜ ਦਾ ਪ੍ਰਾਪਰਟੀ ਟੈਕਸ ਹੈ, ਇਹਦੇ ਲਈ ਜ਼ਿੰਮੇਦਾਰ ਕੌਣ ਹੈ? ਬੇਸਿਕਲੀ ਤੇ ਜਿਨ੍ਹਾਂ ਨੇ ਰੈਵਨਿਊ ਇਕੱਠਾ ਕਰਨਾ ਉਹ ਆਪਣੀ ਜੇਬ 'ਚ ਪੈਸੇ ਪਾ ਲੈਂਦੇ ਨੇ ਤੇ ਕਹਿੰਦੇ ਵੀ ਤੂੰ ਜੋ ਮਰਜ਼ੀ ਕਰੀ ਜਾ। ਦੇਖੋ ਲੀਕੇजेस ਜਿਹੜੀਆਂ ਉਹਦੇ ਵਿੱਚ ਇਹ ਪ੍ਰੋਪਰਟੀ ਟੈਕਸ ਜਿਹੜਾ ਟੈਕਸ ਹੈ ਸੈਲਫ ਅਸੈਸਮੈਂਟ ਟੈਕਸ ਹੈ। ਇਹਦੇ ਵਿੱਚ ਜਿਹੜਾ ਪ੍ਰਾਪਰਟੀ ਦਾ ਮਾਲਕ ਆ ਪਹਿਲਾਂ ਤਾਂ ਉਹ ਗਲਤ ਭਰ ਰਿਹਾ, ਨੋ ਡਾਊਟ। ਇਹਦੇ ਵਿੱਚ ਸਾਡੇ ਮਹਿਕਮੇ ਦੇ ਲਿੰਕ, ਕਿਉਂਕਿ ਸਾਡੇ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਵੀ ਪ੍ਰੋਪਰਟੀ ਟੈਕਸ ਅਸੈਸਮੈਂਟ ਸੈਲਫ ਅਸੈਸਮੈਂਟ ਆ ਰਹੀਆਂ ਉਹਨਾਂ ਵਿੱਚੋਂ ਰੈਂਡਮਲੀ ਅਸੀਂ ਚੂਜ਼ ਕਰਕੇ ਉਹਨਾਂ ਦਾ ਅਸੈਸਮੈਂਟ ਜਿਹੜਾ ਉਹਨੂੰ ਦੇਖੀਏ ਠੀਕ ਭਰਿਆ ਕਿ ਨਹੀਂ ਭਰਿਆ। ਸੋ ਉਹ ਸਾਡੀ ਜ਼ਿੰਮੇਵਾਰੀ ਵੀ ਹੈ। ਸੋ ਅਸੀਂ ਦੋਵੇਂ ਪਾਸੇ ਹੀ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਔਰ ਨਾਲ ਹੀ ਆਪਣੇ ਜਿਹੜਾ ਸਟਾਫ ਇਹਨੂੰ ਤਾਕੀਦ ਕਰਦੇ ਹਾਂ ਕਿ ਜੇ ਉਹਨਾਂ ਦੇ ਏਰੀਆ ਵਿੱਚ ਇਹੋ ਜਿਹੀਆਂ ਕੋਈ ਅੰਡਰਸਟੇਟਮੈਂਟ ਜਿਹੜੀਆਂ ਉਹਨਾਂ ਦੇ ਮਾਈਂਡ 'ਚੋਂ ਜਾਂ ਉਹਨਾਂ ਦੇ ਧਿਆਨ 'ਚੋਂ ਨਿਕਲੀਆਂ ਨੇ, ਜੇ ਉਹ ਇੰਟੈਂਸ਼ਨਲੀ ਕੱਢੀਆਂ ਗਈਆਂ ਨੇ ਤਾਂ ਅਸੀਂ ਡੈਫੀਨਿਟਲੀ ਉਹਨਾਂ 'ਤੇ ਕਾਰਵਾਈ ਕਰਾਂਗੇ। ਇਲੀਗਲ ਬਿਲਡਿੰਗ ਦੀ ਵੀ ਤੁਸੀਂ ਗੱਲ ਕੀਤੀ, ਬਟ ਉਹ ਬਣਾਉਣ ਦੇ ਵਿੱਚ ਵੀ ਫਿਰ ਗੱਲ ਹੋਈ ਆ ਜਾਂਦੀ ਵੀ ਤੁਹਾਡੇ ਡਿਪਾਰਟਮੈਂਟ ਦੇ ਲੋਕਾਂ ਦਾ ਹੀ ਹੱਥ ਹੈ ਵੀ ਉਹ ਕਹਿੰਦੇ ਵੀ ਕਾਰਪੋਰੇਸ਼ਨ ਨੂੰ ਕੋਈ ਪੈਸੇ ਦੇਣੇ, ਇੱਕ ਲੈਂਟਰ ਦੇ ਇੰਨੇ ਲੱਖ ਰੁਪਇਆ ਮੈਨੂੰ ਦੇ, ਤੂੰ ਪਾਲਾ ਜੋ ਮਰਜ਼ੀ ਕਰੀ ਜਾ। ਫਿਰ ਨਾਲ ਹੀ ਦੇ ਸਵਾਲ ਹੈ ਵੀ ਹਾਈਟ ਜਿੰਨੀ ਮਰਜ਼ੀ ਉੱਪਰ ਚੁਕਾਈ ਜਾਂਦੇ ਆ। ਦੇਖੋ ਇਹ ਸਾਰੇ ਥਾਂ 'ਤੇ ਮੈਂ ਇਹ ਨਹੀਂ ਕਹਾਂਗਾ ਵੀ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ। ਹਰ ਆਰਗੇਨਾਈਜੇਸ਼ਨ ਦੇ ਵਿੱਚ ਤਰ੍ਹਾਂ ਦੇ ਲੋਕ ਹੁੰਦੇ ਨੇ। ਅਸੀਂ ਜਿਹੜੇ ਸਾਡੇ ਬੰਦੇ ਬਦਨਾਮ ਨੇ ਉਹਨਾਂ ਨੂੰ ਅਸੀਂ ਕਰਬ ਕਰਾਂਗੇ ਕਿ ਇਹੋ ਜਿਹੇ ਸਟੈਪਸ ਜਿਹੜੇ ਨਾ ਲੈਣ, ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਡੈਫੀਨਿਟਲੀ ਕਰਾਂਗੇ। ਜਿੱਥੇ ਰਿਸਪੌਂਸਿਬਿਲਿਟੀ ਫਿਕਸ ਕਰਕੇ ਅਸੀਂ ਕਾਰਵਾਈ ਕਰਾਂਗੇ। ਔਰ ਅੱਜ ਤੁਸੀਂ ਡੀ ਐਡਿਕਸ਼ਨ ਕੈਂਪ 'ਚ ਆਏ ਹੋ, ਵੀ ਕਿਆ ਲੱਗਦਾ ਵੀ ਨਸ਼ਾ ਕਿੰਨੀ ਕੁ ਵੱਡੀ ਸਮੱਸਿਆ? ਤੁਸੀਂ ਦੇਖੋ PCS ਤੋਂ IAS ਤੱਕ ਦਾ ਸਫ਼ਰ, ਬਹੁਤ ਡਿਫਰੈਂਟ ਪੋਸਟਸ 'ਤੇ ਤੁਸੀਂ ਕੰਮ ਕੀਤਾ ਜੀ। ਐਕਸਾਈਜ਼ ਪਾਲਿਸੀ, ਮਤਲਬ ਸ਼ਰਾਬ ਦੀ ਨੀਤੀ ਵੀ ਤੁਸੀਂ ਬਣਾਈ ਹੈ। ਦੇਖੋ ਡੀ ਐਡਿਕਸ਼ਨ ਕੈਂਪ ਅੱਜ ਡਾਕਟਰ ਹਰਜੋਤ ਮੱਕੜ ਜੀ ਨੇ ਇੱਥੇ ਆਰਗੇਨਾਈਜ਼ ਕੀਤਾ ਹੈ। ਇਹਦੇ ਵਿੱਚ ਅਵੇਅਰਨੈਸ ਵੱਡੀ ਚੀਜ਼ ਜਿਹੜੀ ਉਹਨਾਂ ਨੇ ਉੱਤੇ ਜ਼ੋਰ ਦਿੱਤਾ ਹੈ। ਕਿਸੇ ਵੀ ਜੋ ਕੋਈ ਸਮੱਸਿਆ ਹੈ, ਚਾਹੇ ਉਹ ਸਮਾਜਿਕ ਸਮੱਸਿਆ ਹੈ ਜਾਂ ਇਹ ਮੈਡੀਕਲ ਸਮੱਸਿਆ ਹੈ, ਇਹਦੇ ਵਿੱਚ ਅਵੇਅਰਨੈਸ ਦੀ ਬਹੁਤ ਵੱਡੀ ਲੋੜ ਹੈ। ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਕਿ ਇਹ ਇੱਕ ਇਲਾਜ ਇਹਦਾ ਹੋ ਸਕਦਾ ਹੈ। ਜੇ ਕਿਸੇ ਨੂੰ ਕੋਈ ਨਸ਼ੇ ਦੀ ਲੱਤ ਲੱਗ ਗਈ ਹੈ ਤਾਂ ਇਹ ਨਹੀਂ ਕਿ ਉਹਦਾ ਸਭ ਕੁਝ ਖਤਮ ਹੈ, ਉਹਦਾ ਇਲਾਜ ਹੋ ਸਕਦਾ ਹੈ। ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਕਿ ਕਿਹੜੇ ਤਰ੍ਹਾਂ ਦੇ ਨਸ਼ੇ ਨੇ ਜਿਹੜੇ, ਦੇਖੋ ਇਹ ਇਨਫੋਰਸਮੈਂਟ ਦਾ ਕੰਮ ਹੈ। ਪੁਲਿਸ ਏਜੰਸੀ ਜਿਹੜੀਆਂ ਨੇ ਸਾਰੀਆਂ ਉਹ ਸਮੇਂ ਸਿਰ ਸੀਜ਼ਰਸ ਕਰਦੇ ਨੇ। ਦੂਜੇ ਸਾਡੇ ਗੁਆਂਢੀ ਦੇਸ਼ ਜਿਹੜੇ ਨੇ ਉਹਨਾਂ ਦੀ ਟੈਂਡੈਂਸੀ ਹੁੰਦੀ ਹੈ ਕਿ ਨਾਲ ਦਾ ਕੰਟਰੀ ਜਿਹੜਾ ਕੰਪੀਟੀਟਰ ਕੰਟਰੀ ਹੈ ਸਾਡੇ ਨਾਲ, ਤਾਂ ਨਾਲ ਦੇ ਦੇਸ਼ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਕਿਸੇ ਦੂਸਰੇ ਦੇਸ਼ ਨੂੰ ਜੇ ਵੀਕਨ ਕਰਨਾ ਹੈ ਤਾਂ ਉਹਦੀ ਯੂਥ ਪਾਪੂਲੇਸ਼ਨ ਜਿਹੜੀ ਆ ਉਹਨੂੰ ਨਸ਼ਿਆਂ ਵੱਲ ਲਗਾ ਦਿਓ। ਉਹਦੇ ਨਾਲ ਕੀ ਆ, ਸਾਡੀ ਪ੍ਰੋਡਕਟਿਵ ਪਾਪੂਲੇਸ਼ਨ ਖਤਮ ਹੋਏਗੀ। ਸੋ ਇੱਕ ਕੌਨਸਪੀਰੇਸੀ ਵੀ ਕਹਿ ਸਕਦੇ ਹਾਂ ਕਿ ਦੂਸਰੇ ਦੇਸ਼ਾਂ ਦੀ ਕੌਨਸਪੀਰੇਸੀ ਵੀ ਹੁੰਦੀ ਹੈ। ਔਰ ਇਹ ਨਸ਼ਾ ਜਿਹੜਾ ਹੈ ਇਹਨੂੰ ਤੁਸੀਂ ਡਿਵੈਲਪਡ ਕੰਟਰੀਜ਼ ਜਿੰਨੇ ਮਰਜ਼ੀ ਐਡਵਾਂਸ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਖਤਮ ਕਰਨਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ। ਵੱਡੇ ਇੰਟਰਪੋਲ ਵੀ ਮੰਨਦੀ ਹੈ, ਸਾਰੀਆਂ ਏਜੰਸੀ ਜਿਹੜੀਆਂ ਨੇ ਮੰਨਦੀਆਂ ਨੇ ਕਿ ਇਹਦੀ ਜਿਹੜੀ ਇਨਫਿਲਟਰੇਸ਼ਨ ਹੈ ਉਹ ਪੂਰੀ ਤਰ੍ਹਾਂ ਨਹੀਂ ਰੁਕ ਸਕਦੀ। ਬਟ ਅਸੀਂ ਇਹਦੀ ਜਿਹੜੀ ਹੈਗੀ ਹੈ ਡਿਮਾਂਡ ਖਤਮ ਕਰੀਏ। ਡਿਮਾਂਡ ਕਿਸ ਤਰ੍ਹਾਂ ਖਤਮ ਕਰਾਂਗੇ? ਲੋਕਾਂ 'ਚ ਅਵੇਅਰਨੈਸ ਕ੍ਰੀਏਟ ਕਰਾਂਗੇ। ਬੱਚੇ ਸਾਡੇ ਜਿਹੜੇ ਆ ਇਹ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਆਪੇ ਡਿਮਾਂਡ ਖਤਮ ਹੋ ਜਾਏਗੀ ਇਹਦੀ। ਤੇ ਬਾਕੀ ਜਿਹੜੇ ਇਸ ਲੱਤ 'ਚ ਹੈਗੇ ਆ ਉਹਨਾਂ ਦਾ ਇਲਾਜ ਚੰਗੇ ਤਰੀਕੇ ਨਾਲ ਕਰਾਈਏ, ਇਹ ਬਹੁਤ ਵੱਡੀ ਜ਼ਰੂਰਤ ਹੈ ਸਮੇਂ ਦੀ। ਸਰ ਸ਼ਹਿਰ ਦੀ ਇੱਕ ਬੜੀ ਵੱਡੀ ਸਮੱਸਿਆ ਹੈ ਟ੍ਰੈਫਿਕ ਦੀ, ਮਤਲਬ ਬੁਰਾ ਹਾਲ ਚੌਕ ਹੈ ਸ਼ਹਿਰ, ਜਿਹੜੇ ਮਰਜ਼ੀ ਪਾਸੇ ਚਲੇ ਜਾਓ। ਵੀ ਕਾਰਪੋਰੇਸ਼ਨ ਐਨਕਰੋਚਮੈਂਟ, ਇੱਕ ਤੇ ਇਲੀਗਲ ਐਨਕਰੋਚਮੈਂਟ ਦੀ ਗੱਲ ਕਰਦੇ ਆ, ਨਾਲ ਦੀ ਕੀ ਤੁਹਾਨੂੰ ਲੱਗਦਾ ਵੀ ਜਿਹਦੇ ਕਰਕੇ ਟ੍ਰੈਫਿਕ ਸਮੱਸਿਆ ਜਿਹੜੀ ਸੁਧਰ ਸਕਦੀ ਹੈ? ਦੇਖੋ ਸ਼ਹਿਰ ਦੇ ਵਿੱਚ ਮੈਂ ਵੀ ਹੁਣ ਜੁਆਇਨ ਕੀਤਾ ਹੈ ਤਾਂ ਮੈਂ ਸੜਕਾਂ 'ਤੇ ਨਿਕਲ ਕੇ ਵੇਖਿਆ ਹੈਫਾਜ਼ਰਡ ਪਾਰਕਿੰਗ ਜਿਹੜੀ ਹੈ, ਬੇਤਰਤੀਬੀ ਪਾਰਕਿੰਗ ਜਿਹਨੂੰ ਕਹਾਂਗੇ, ਉਹ ਬਹੁਤ ਵੱਡੀ ਪ੍ਰੋਬਲਮ ਹੈ। ਫਿਰ ਜਿਹੜੀਆਂ ਰੇਹੜੀਆਂ ਔਰ ਫੜੀਆਂ ਜਿਹੜੀਆਂ ਨੇ ਉਹ ਬਹੁਤ ਅਨਆਰਗੇਨਾਈਜ਼ਡ ਤਰੀਕੇ ਨਾਲ ਲੱਗੀਆਂ ਨੇ। ਸਟਰੀਟ ਵੈਂਡਿੰਗ ਐਕਟ ਜਿਹੜਾ ਹੈ ਉਹ ਬਣਿਆ ਸੀ, ਪੰਜਾਬ ਸਰਕਾਰ ਨੇ ਵੀ ਲਾਗੂ ਕੀਤਾ ਹੋਇਆ ਹੈ, ਲੇਕਿਨ ਇਹ ਕਿ ਉਹਦੇ ਵਿੱਚ ਇਫੈਕਟਿਵਲੀ ਬਹੁਤ ਕੰਮ ਕਰਨ ਵਾਲਾ ਹੈ। ਜੇ ਅਸੀਂ ਸਟਰੀਟ ਵੈਂਡਰਸ ਨੂੰ ਅੱਜ ਦੀ ਡੇਟ ਜਿੱਥੋਂ ਅਸੀਂ ਕਹਿੰਦੇ ਕਿ ਟ੍ਰੈਫਿਕ ਬੋਟਲਨੈਕਸ ਹੈ ਉਹਨਾਂ ਨੂੰ ਹਟਾਉਣਾ ਹੈ ਤਾਂ ਉਹਨਾਂ ਨੂੰ ਨਾਲ ਹੀ ਉਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਉਹਦੇ ਨੀਅਰੈਸਟ ਜਿਹੜਾ ਸਟਰੀਟ ਵੈਂਡਿੰਗ ਜ਼ੋਨ ਹੈ ਉਹ ਤਿਆਰ ਕਰਕੇ ਵੀ ਦੇਣਾ ਹੈ।
ਸੋ ਸਾਡੇ ਕੋਲ ਥੋੜ੍ਹਾ ਜਿਹਾ ਗੈਪ ਸਾਡਾ ਹੈ ਇਹਦੇ ਵਿੱਚ ਕਿ ਸਾਡੇ ਕੋਲ ਜਿੰਨੀ ਵੱਡੀ ਗਿਣਤੀ ਵਿੱਚ ਰੇਹੜੀਆਂ ਨੇ, ਜਿਹੜਾ ਸਰਕਾਰ ਵੱਲੋਂ ਸਰਵੇ ਕੀਤਾ, ਮਿਊਨਿਸਪਲ ਕਾਰਪੋਰੇਸ਼ਨ ਨੂੰ ਸਰਵੇ ਕੀਤਾ 2014 ਦੇ ਵਿੱਚ ਸਰਵੇ ਕੀਤਾ ਸੀ, ਉਸ ਵੇਲੇ 16,000 ਜਿਹੜੇ ਸਟਰੀਟ ਵੈਂਡਰ ਸੀ ਉਹਨਾਂ ਰਜਿਸਟਰ ਕੀਤਾ ਸੀ। ਪਰ ਹਕੀਕਤ ਦੇ ਵਿੱਚ ਅੱਜ 2022 ਹੈ, ਗਿਣਤੀ ਮੇਰੇ ਖਿਆਲ ਦੇ ਵਿੱਚ ਉਸ ਗਿਣਤੀ ਨਾਲੋਂ 3 ਗੁਣਾ ਹੋਏਗੀ। ਸੋ ਸਾਡੇ 'ਤੇ ਵੀ ਇਹ ਬਹੁਤ ਵੱਡਾ ਪ੍ਰੈਸ਼ਰ ਹੈ ਕਿ ਇਹਨਾਂ ਨੂੰ ਐਡਜਸਟ ਕਿੱਥੇ ਕਰਨਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖਾਲੀ ਥਾਵਾਂ ਜਿਵੇਂ ਕਾਰਪੋਰੇਸ਼ਨ ਦੀਆਂ ਥਾਵਾਂ ਹੋਣ, ਆਪਣੇ ਜਿਹੜੇ ਤੁਹਾਡੇ ਫਲਾਈਓਵਰਸ ਬਣੇ ਨੇ ਉਹਨਾਂ ਦੇ ਥੱਲੇ ਕਿਤੇ ਐਡਜਸਟ ਕਰੀਏ, ਜਾਂ ਹੋਰ ਸਾਡੀਆਂ ਵੇਸਟ ਲੈਂਡਸ ਨੇ ਉਹਨਾਂ ਨੂੰ ਡਿਵੈਲਪ ਕਰਕੇ ਕੁਝ ਕਰੀਏ। ਕਿਉਂਕਿ ਇੱਕ ਸਟਰੀਟ ਵੈਂਡਰ ਜਿੱਥੇ ਉਹ ਰੋਟੀ ਕਮਾ ਰਿਹਾ ਹੁੰਦਾ, ਉਹਦੀ ਪਹਿਲੀ ਟੈਂਡੈਂਸੀ ਹੁੰਦੀ ਕਿ ਮੈਂ ਉਹ ਤੋਂ ਜ਼ਿਆਦਾ ਦੂਰ ਨਾ ਡਿਸਪਲੇਸ ਹੋਵਾਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੀਅਰੈਸਟ ਉਹਨਾਂ ਦੇ ਥਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਟ੍ਰੈਫਿਕ ਬੋਟਲਨੈਕਸ ਨਾ ਬਣਨ, ਉੱਥੇ ਉਹਨਾਂ ਨੂੰ ਸ਼ਿਫਟ ਕਰ ਲਈਏ। ਇਹਦੇ ਵਿੱਚ ਅਸੀਂ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਉਹਨਾਂ ਦਾ ਸਹਿਯੋਗ ਵੀ ਅਸੀਂ ਲੈ ਰਹੇ ਹਾਂ। ਅਸੀਂ ਸਾਰੇ ਹੀ ਤਕਰੀਬਨ ਅੰਮ੍ਰਿਤਸਰ ਦੇ ਐਮਐਲਏ ਸਾਹਿਬਾਨ, ਕਿਉਂਕਿ ਅਲਟੀਮੇਟਲੀ ਇਹਨਾਂ ਜਿਹੜੇ ਬੰਦਿਆਂ ਨੂੰ ਅਸੀਂ ਸ਼ਿਫਟ ਕਰਾਂਗੇ ਉਹਨਾਂ ਨੇ ਹਰ ਇੱਕ ਨੇ ਕਿਸੇ ਨਾ ਕਿਸੇ ਨੂੰ ਅਪਰੋਚ ਤਾਂ ਕਰਨਾ ਹੀ ਹੁੰਦਾ, ਕਿਉਂਕਿ ਜਦੋਂ ਕਾਮਨ ਪ੍ਰੋਬਲਮ ਹੁੰਦੀ ਹੈ ਤਾਂ ਇੱਕ ਗਰੁੱਪ ਪ੍ਰੈਸ਼ਰ ਗਰੁੱਪ ਬਣ ਕੇ ਜਾਂਦਾ ਹੈ। ਤਾਂ ਅਸੀਂ ਸ਼ਹਿਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਅਸੀਂ ਪਹਿਲਾਂ ਕੌਨਫੀਡੈਂਸ ਲੈ ਰਹੇ ਹਾਂ ਕਿ ਅਸੀਂ ਇਹ ਕਾਰਵਾਈ ਕਰਾਂਗੇ, ਤਾਂ ਕਿ ਉਹ ਵੀ ਸਾਡੀ ਕਾਰਵਾਈ ਦਾ ਜਿਹੜਾ ਹੈ ਮਨਸ਼ਾ ਜਿਹੜੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਚੰਗੀ ਤਰ੍ਹਾਂ ਕਲੀਅਰ ਕਰ ਸਕਣ ਕਿ ਇਹ ਠੀਕ ਹੈ, ਇਹਦੇ ਨਾਲ ਬਦਲਾਅ ਆਏਗਾ, ਠੀਕ ਸ਼ਹਿਰ ਸਾਫ਼ ਸੁਥਰਾ ਹੋਏਗਾ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜੀ ਉਹ ਸਮੱਸਿਆ ਜਿਹੜੀ ਉਹ ਘਟੇਗੀ। ਅੱਜ ਦਾ ਲਾਸਟ ਵਾਲਾ ਜੀ, ਇੱਕ ਤਾਂ ਰੀਗੋ ਬ੍ਰਿਜ ਦੀ ਸਮੱਸਿਆ ਬੜੀ ਵੱਡੀ ਹੈ। ਇੱਕ ਤੁਹਾਨੂੰ ਲੱਗਦਾ ਹੈ ਕਿ ਇਲੀਗਲ ਜਿਹੜੇ ਆਟੋ ਤੇ ਈ ਰਿਕਸ਼ਾ ਇਹ ਵੀ ਬਹੁਤ ਜ਼ਿਆਦਾ ਟ੍ਰੈਫਿਕ ਦਾ ਕਾਰਨ ਹੈ, ਤੇ ਉਹਦੇ ਲਈ ਕੀ ਪਲਾਨ ਹੈ? ਦੇਖੋ, ਅਸੀਂ ਜਦੋਂ ਅਸੀਂ ਛੋਟੇ ਜਦੋਂ ਪੜ੍ਹਦੇ ਹੁੰਦੇ ਸੀ ਉਸ ਵੇਲੇ ਅਸੀਂ ਦੇਖਦੇ ਹੁੰਦੇ ਸੀ ਆਟੋ ਜਿਹੜਾ ਸਾਈਕਲ ਰਿਕਸ਼ਾ ਹੈ, ਸਾਈਕਲ ਰਿਕਸ਼ਾ ਉੱਤੇ ਇੱਕ ਕਾਰਪੋਰੇਸ਼ਨ ਦੀ ਪਲੇਟ ਲੱਗੀ ਹੁੰਦੀ ਸੀ, ਉਹਦਾ ਨੰਬਰ ਲੱਗਿਆ ਹੁੰਦਾ ਸੀ। ਇਸ ਤਰੀਕੇ ਨਾਲ ਜਿਹੜੇ ਹੱਥ ਠੇਲੇ ਨੇ ਉਹਨਾਂ ਉੱਤੇ ਵੀ ਇੱਕ ਪਲੇਟ ਲੱਗੀ ਹੁੰਦੀ ਸੀ। ਅੱਜ ਦੀ ਡੇਟ ਦੇ ਵਿੱਚ ਇਹ ਦੋ ਜਿਹੜੇ ਚਲੋ ਸਾਈਕਲ ਰਿਕਸ਼ਾਸ ਬਹੁਤ ਰਿਪਲੇਸ ਹੋ ਗਏ, ਆਟੋਸ ਚਲੇ ਗਏ, ਈ ਰਿਕਸ਼ਾਸ ਬਣ ਗਏ, ਇਹਨਾਂ ਦਾ ਕੋਈ ਨੰਬਰ ਫਿਕਸ ਨਹੀਂ ਹੈ। ਇਹਦੇ ਲਈ ਸਾਨੂੰ ਮਤਲਬ ਅਸੀਂ ਹਾਊਸ ਦੇ ਵਿੱਚ ਹੀ ਜਾਵਾਂਗੇ, ਇਸ ਚੀਜ਼ ਨੂੰ ਅਸੀਂ ਰੈਗੂਲੇਟ ਕਰਨਾ ਸਾਨੂੰ ਸਾਡਾ ਬਣਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਆਟੋ ਕਿੰਨੇ ਹੋਣੇ ਚਾਹੀਦੇ, ਇਸ ਤੋਂ ਵੱਧ ਗਿਣਤੀ ਨਹੀਂ ਹੋਣੀ ਚਾਹੀਦੀ। ਰੂਟ ਰੈਸ਼ਨਲਾਈਜੇਸ਼ਨ ਇਹਨਾਂ ਦੀ ਜਿਹੜੀ ਆ ਉਹ ਵੀ ਇੱਕ ਤਰੀਕੇ ਨਾਲ ਹੋਣੀ ਚਾਹੀਦੀ, ਵੀ ਇੱਕੋ ਹੀ ਸੜਕ ਦੇ ਉੱਤੇ ਹਜ਼ਾਰ ਆਟੋ ਚੱਲ ਰਿਹਾ ਹੈ। ਸੋ ਉਹਦੇ ਨਾਲ ਪੋਲਿਊਸ਼ਨ ਵੀ ਵੱਧਦੀ ਹੈ, ਟ੍ਰੈਫਿਕ ਬੋਟਲਨੈਕ ਵੀ ਵੱਧਦੀਆਂ ਨੇ। ਸੋ ਇਹ ਚੀਜ਼ ਜਿਹੜੀ ਅਸੀਂ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੇ ਨੇ, ਡਿਪਟੀ ਕਮਿਸ਼ਨਰ ਸਾਹਿਬ, ਉਹਨਾਂ ਦੇ ਨਾਲ ਸਾਂਝੇ ਤੌਰ ਤੇ ਬੈਠ ਕੇ ਇਸ ਸਮੱਸਿਆ 'ਤੇ ਵਿਚਾਰ ਕਰਾਂਗੇ ਔਰ ਵਿਚਾਰ ਕਰਕੇ ਇਹਦਾ ਵੀ ਹੱਲ ਜਿਹੜਾ ਹੈ ਉਹ ਜ਼ਰੂਰੀ ਹੈ ਕਿ ਇਹਨਾਂ ਦੇ ਉੱਤੇ ਲਿਮਿਟ ਜਿਹੜੀ ਆ ਉਹ ਕੱਸਣੀ ਜ਼ਰੂਰੀ ਹੈ, ਤਾਂ ਕਿ ਗਿਣਤੀ ਇੱਕ ਜਿਹੜੀ ਅਸੀਂ ਉਹਨੂੰ ਕੰਟਰੋਲ ਕਰ ਸਕੀਏ। ਰੀਗੋ ਬ੍ਰਿਜ ਦੀ ਗੱਲ, ਰੀਗੋ ਬ੍ਰਿਜ ਦੇਖੋ, ਇਹ ਜੋ ਮੈਂ ਸੁਣਿਆ ਹੈ ਕਿ 1960s ਤੋਂ ਹੀ ਇਹ ਅਨਸੇਫ ਡਿਕਲੇਅਰ ਕੀਤਾ ਹੋਇਆ, ਪਰ ਇਹ ਹੁਣੇ ਇਹਦੀ ਦੁਬਾਰਾ ਟੈਕਨੀਕਲ ਐਵੈਲੂਏਸ਼ਨ ਜਿਹੜੀ ਸੀ ਉਹ ਡੀਸੀ ਸਾਹਿਬ ਨੇ ਵੀ ਕਰਵਾਈ ਹੈ। ਤਾਂ ਇਹ 2 ਵੀਲਰਸ ਦੀ ਸੇਫ ਹੈ, ਉਹਦੇ ਮੂਵਮੈਂਟ ਲਈ ਸੇਫ ਹੈ, ਪਰ ਜਿਹੜੇ 4 ਵੀਲਰਸ ਆ ਉਹਨਾਂ ਲਈ ਅਨਸੇਫ ਹੈ। ਸਮੇਂ ਸਿਰ ਅਸੀਂ ਕਾਰਪੋਰੇਸ਼ਨ ਵੱਲੋਂ ਵੀ ਉਹਦੇ ਉੱਤੇ ਅਸੀਂ ਗਾਰਡਰ ਲਗਾ ਕੇ ਬੰਦ ਕੀਤਾ ਹੈ ਕਿ 4 ਵੀਲਰਸ ਨਾ ਚੱਲਣ। ਪਿੱਛੇ ਬਲੌਕ ਵੀ ਰਖਵਾਏ ਸੀ, ਪਰ ਕੁਝ ਸ਼ਰਾਰਤੀ ਤੱਤਵ ਹੈਗੇ ਨੇ ਜਿਹੜੇ ਫਿਰ ਕਈ ਵਾਰੀ ਗਾਰਡਰਸ ਤੋੜ ਦਿੰਦੇ ਨੇ ਜਾਂ ਉਹ ਬਲੌਕ ਜਿਹੜੇ ਨੇ ਉਹਨਾਂ ਨੂੰ ਵੀ ਉਡਾ ਦਿੰਦੇ ਨੇ। ਪਰ ਲੋਕਾਂ ਨੂੰ ਆਲਟਰਨੇਟ ਤਾਂ ਚਾਹੀਦਾ ਨਾ ਜੀ। ਆਲਟਰਨੇਟ ਦੇਖੋ, ਹਾਲ ਦੀ ਘੜੀ ਜਿਹੜਾ ਇਹਨੂੰ ਮੂਵ ਜਿਹੜੀ ਇਹਦੀ ਜਿਹੜਾ ਇਹਦਾ ਪ੍ਰੈਸ਼ਰ ਹੈ ਉਹਨੂੰ ਈਜ਼ ਆਊਟ ਕਰਨ ਲਈ ਭੰਡਾਰੀ ਬ੍ਰਿਜ ਦਾ ਦੂਜਾ ਸਪੈਨ ਬਣ ਗਿਆ ਹੈ ਔਰ ਉਹ ਚਾਲੂ ਹੈ ਇਸ ਵੇਲੇ। ਫਿਰ ਇਸਲਾਮਾਬਾਦ ਵਾਲਾ ਜਿਹੜਾ ਫਾਟਕ ਹੈ, ਇਸਲਾਮਾਬਾਦ ਵਾਲਾ ਫਲਾਈਓਵਰ ਹੈ, ਉਹ ਵੀ ਨੀਅਰਿੰਗ ਕੰਪਲੀਸ਼ਨ ਹੈ, ਥੋੜ੍ਹਾ ਸਲੋ ਹੈ। ਉਹ ਵੀ ਅਸੀਂ ਇੰਪਰੂਵਮੈਂਟ ਟਰਸਟ ਦੀ ਅਥਾਰਟੀ ਨੂੰ ਰਿਕੁਐਸਟ ਕਰਾਂਗੇ ਕਿ ਉਹਨੂੰ ਛੇਤੀ ਕੰਪਲੀਟ ਹੋ ਜਾਏ, ਤਾਂ ਕਿ ਜਦੋਂ ਤੱਕ, ਕਿਉਂਕਿ ਇਹ ਪੁਲ ਜਿਹੜਾ ਇੱਕ ਦਿਨ 'ਚ ਬਣਨਾ ਨਹੀਂ ਹੈ, ਇਹ ਪੁਲ ਨੂੰ ਬਣਨ ਦੇ ਵਿੱਚ 2 ਤੋਂ 3 ਸਾਲ ਲੱਗਣਗੇ ਘੱਟ ਤੋਂ ਘੱਟ, ਕਿਉਂਕਿ ਜਿੱਥੇ ਰੇਲਵੇਜ਼ ਦੇ ਉੱਤੇ ਲਾਈਨਸ ਦੇ ਉੱਤੇ ਪੁਲ ਬਣਦੇ ਨੇ ਉਹਨਾਂ ਦੀ ਪਰਮਿਸ਼ਨਸ ਬਹੁਤ ਲੰਮੀਆਂ ਹੁੰਦੀਆਂ, ਦਿੱਲੀ ਤੋਂ ਪਰਮਿਸ਼ਨ ਆਉਂਦੀਆਂ, ਬਹੁਤ ਟਾਈਮ ਲੈਂਦੀਆਂ, ਕਦੀ ਫੋਰੈਸਟ ਦੀ ਪਰਮਿਸ਼ਨ ਦਾ ਕਾਫੀ ਕੁਝ ਹੋ ਜਾਂਦਾ ਉਹਦੇ ਵਿੱਚ। ਸੋ ਉਹ ਟਾਈਮ ਲੱਗੇਗਾ, ਬਟ ਉਸ ਟਾਈਮ ਦੇ ਲਈ ਇਹ ਜੇ 2 ਪੁਲ ਜਿਹੜੇ ਨੇ ਉਸ ਭਾਰ ਨੂੰ ਵੰਡਾਉਣਗੇ ਤਾਂ ਫਿਰ ਸ਼ਹਿਰ ਵਿੱਚ ਥੋੜ੍ਹੀ ਈਜ਼ ਆਊਟ ਤੇ ਹੋ ਜਾਏਗਾ, ਬਟ ਜਦੋਂ ਨਵਾਂ ਬਣੇਗਾ ਫਿਰ ਇਹ ਸਾਰਾ ਹੱਲ ਹੋਏਗਾ। ਪਰ ਨਵਾਂ ਬਣਨ ਦੇ ਵਿੱਚ ਵੀ ਪ੍ਰੋਬਲਮ ਸੀ ਕਿ ਪਿੱਛੇ ਜੇ ਜਦੋਂ ਮੈਂ ਇੰਪਰੂਵਮੈਂਟਸ ਦੇ ਵਿੱਚ ਚੇਅਰਮੈਨ ਸੀ 4 ਸਾਲ ਪਹਿਲਾਂ, ਉਦੋਂ ਅਸੀਂ ਰਾਈਟਸ ਦੇ ਥਰੂ ਇਹਦਾ ਕੰਸਲਟੈਂਸੀ ਦੇ ਥਰੂ ਕਰਵਾਇਆ ਸੀ, ਇਹਦਾ ਸਰਵੇ ਕਰਵਾਇਆ ਸੀ। ਉਦੋਂ ਉਹਨਾਂ ਨੇ ਕਿਹਾ ਸੀ ਵੀ ਇਸ ਥਾਂ ਦੇ ਨਾਮ ਬਣਾ ਕੇ ਥੋੜ੍ਹਾ ਅੱਗੇ ਰੇਲਵੇ ਵਰਕਸ਼ਾਪ ਵਾਲੀ ਥਾਂ ਉੱਥੇ ਬਣਾਈਏ ਇਹਨੂੰ, ਉਸ ਥਾਂ ਤੋਂ ਕ੍ਰੋਸਿੰਗ ਜਿਹੜੀ ਉਹ ਈਜ਼ੀ ਹੋਏਗੀ। ਔਰ ਪਲੱਸ ਜਿਹੜੀ ਤੁਹਾਡੇ ਹੁਣ BRTS ਰੂਟ ਬਣ ਗਿਆ ਉੱਥੋਂ, ਸੋ ਇਹਨਾਂ ਦੀ ਟ੍ਰੈਫਿਕ ਮਰਜਿੰਗ ਦੀ ਪ੍ਰੋਬਲਮ ਹੋਣੀ ਆ। ਉਹ ਉਸ ਵੇਲੇ ਰੇਲਵੇ ਨੇ ਵੀ ਰਿਕਮੈਂਡ ਕੀਤਾ ਸੀ ਕਿ ਇਹਨੂੰ ਥੋੜ੍ਹਾ ਜਿਹਾ ਅੱਗੇ ਲੈ ਜਾਈਏ। ਸੋ ਇਹ ਸਾਰਾ ਹੁਣ ਐਵੈਲੂਏਟ ਕਰਕੇ ਅਸੀਂ ਇਹਦੇ ਉੱਤੇ ਕੋਈ ਨਾ ਕੋਈ ਜਿਹੜਾ ਛੇਤੀ ਇਹਦਾ ਮਤਲਬ ਦੀ ਪਲੈਨਿੰਗ ਜ਼ਰੂਰ ਕਰਾਂਗੇ ਛੇਤੀ। ਧੰਨਵਾਦ। ਇਸ ਸੰਦੀਪ ਰਿਸ਼ੀ, ਦੇਖੋ ਇਹਨਾਂ ਨੇ ਦੱਸਿਆ ਵੀ ਸ਼ਹਿਰ 'ਚ ਜਿਹੜੀ ਵੀ ਪ੍ਰੋਬਲਮਸ ਹੈ ਉਹਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਪੂਰਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ ਹਰਜੋਤ ਸਿੰਘ ਮੱਕੜ ਦੇ ਨਾਲ, ਇਸ ਬਾਰੇ ਉਹਨਾਂ ਦਾ ਕੀ ਕਹਿਣਾ। ਸਾਲਾਨਾ ਡਾਕਟਰ ਹਰਜੋਤ ਸਿੰਘ ਮੱਕੜ ਸਾਹਿਬ, ਅੱਜ ਤੁਸੀਂ ਕੈਂਪ ਲਗਾਇਆ ਸੀ, ਹੈ ਤਾਂ ਡਿਸੇਬਿਲਿਟੀ ਡੇ ਪਰ ਡੀ ਐਡਿਕਸ਼ਨ ਦਾ ਕੈਂਪ ਨਾਲ ਹੈ।
ਹਾਂਜੀ, ਸੋ ਡੀ ਐਡਿਕਸ਼ਨ ਇੱਕ ਬਹੁਤ ਵੱਡੀ ਡਿਸੇਬਿਲਿਟੀ ਹੈ ਜੋ ਸਾਡੇ ਪੰਜਾਬ ਨੂੰ ਇਸ ਟਾਈਮ ਤੇ ਖਾ ਰਹੀ ਹੈ। ਸੋ ਮੈਨੂੰ ਲੱਗਿਆ ਕਿ ਦੋਵਾਂ ਚੀਜ਼ਾਂ ਨੂੰ ਕਲੱਬ ਕਰ ਲੈਣਾ ਬੈਟਰ ਹੈਗਾ, ਕਿ ਲੋਕਾਂ ਨੂੰ ਅਵੇਅਰਨੈਸ ਅਸੀਂ ਕਰਨਾ ਕ੍ਰੀਏਟ ਚਾਹੁੰਦੇ ਹਾਂ। ਸੋ ਇਹਦੇ ਅੰਦਰ ਦੋ ਚੀਜ਼ਾਂ ਦੀ ਜਿਹੜੀ ਅਸੀਂ ਅਵੇਅਰਨੈਸ ਅੱਜ ਕ੍ਰੀਏਟ ਕਰ ਰਹੇ ਹਾਂ। ਸੋ ਵਨ ਇਜ਼ ਰਿਗਾਰਡਿੰਗ ਡਰੱਗ ਡਿਪੈਂਡੈਂਸ, ਔਰ ਦੂਸਰੀ ਜਿਹੜੀ ਅਵੇਅਰਨੈਸ ਹੈਗੀ ਆ ਉਹ ਅਸੀਂ ਕਰ ਰਹੇ ਹੈਗੇ ਆ ਡਿਸੇਬਿਲਿਟੀ ਦੇ ਉੱਪਰ, ਜਿਵੇਂ ਕਿ ਛੋਟੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਔਟਿਜ਼ਮ, ਮੈਂਟਲ ਰਿਟਾਰਡੇਸ਼ਨ ਜਾਂ ਲਰਨਿੰਗ ਡਿਸੇਬਿਲਿਟੀਜ਼ ਹੈਗੀਆਂ ਨੇ, ਜਾਂ ਉਹਨਾਂ ਦੇ ਅੰਦਰ ਹੋਰ ਇਹੋ ਜਿਹੀਆਂ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਨੂੰ ਜਿਹੜੀ ਡਿਸੇਬਿਲਿਟੀ ਹੈਗੀ ਆ ਉਹਦੀ ਕੈਟਾਗਰੀ ਦੇ ਵਿੱਚ ਪਾਉਂਦੀਆਂ ਨੇ। ਸੋ ਮੈਂ ਇਹੋ ਜਿਹੇ ਬੱਚਿਆਂ ਨੂੰ ਸਪੈਸ਼ਲ ਬੱਚੇ ਕਹਿੰਦਾ, ਸਪੈਸ਼ਲ ਇਨ ਦ ਸੈਂਸ ਦੇ ਆਰ ਸਪੈਸ਼ਲੀ ਏਬਲਡ। ਸੋ ਆਈ ਵੁੱਡ ਸੇ ਕਿ ਇਹਨਾਂ ਬੱਚਿਆਂ ਨੂੰ ਅਗਰ ਉਭਾਰਿਆ ਜਾਵੇ, ਇਹਨਾਂ ਬੱਚਿਆਂ ਦੀ ਜਿਹੜੀ ਸਕਿੱਲ ਆ ਉਹਨੂੰ ਡਿਵੈਲਪ ਕੀਤਾ ਜਾਵੇ, ਤੇ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਉੱਭਰ ਕੇ ਆਉਂਦੀ ਹੈ। ਇਹਦੇ ਨਾਲ ਨਾਲ ਲੋਕਾਂ ਨੂੰ ਅਸੀਂ ਜਾਗਰੂਕ ਇਸ ਗੱਲ ਵੱਲ ਵੀ ਕਰ ਰਹੇ ਹਾਂ ਕਿ ਜਿਹੜੇ ਇਹ ਬੱਚੇ ਨੇ, ਸਪੈਸ਼ਲ ਬੱਚੇ ਨੇ, ਇਹਨਾਂ ਦੀ ਜਿਹੜੀ ਸਰਟੀਫਿਕੇਸ਼ਨ ਹੈਗੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਸੋ ਉਹਦੇ ਲਈ IQ ਟੈਸਟਿੰਗ ਵਗੈਰਾ ਜਾਂ ਬਾਕੀ ਜਿਹੜੀ ਟੈਸਟਿੰਗ ਹੈਗੀ ਹੈ ਉਹ ਸਾਡੇ ਕੋਲ ਅਵੇਲੇਬਲ ਹੈਗੀ ਹੈ, ਔਰ ਉਸ ਦੇ ਨਾਲ ਨਾਲ ਸਰਕਾਰ ਜਿਹੜੀ ਉਹ ਸਰਟੀਫਿਕੇਟਸ ਉਹਦੇ ਇਸ਼ੂ ਕਰਦੀ ਹੈ। ਸੋ ਉਹਨਾਂ ਨੂੰ ਕਾਫੀ ਸਾਰੇ ਬੈਨੀਫਿਟਸ ਜਿਹੜੇ ਹੈਗੇ ਨੇ ਉਹਦੇ ਰਿਗਾਰਡਿੰਗ ਮਿਲ ਜਾਂਦੇ ਨੇ। ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਹੋਵੇ, ਲੋਕਾਂ ਨੂੰ ਇਹਦੇ ਬਾਰੇ ਪਤਾ ਹੋਵੇ। ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਬਾਰੇ। ਇਸੇ ਤਰ੍ਹਾਂ ਹੀ ਜਿਹੜੀ ਡੀ ਐਡਿਕਸ਼ਨ ਆ, ਤੁਹਾਨੂੰ ਪਤਾ ਹੈ ਕਿ ਡੀ ਐਡਿਕਸ਼ਨ ਅਗਰ ਇੱਕ ਫੈਮਿਲੀ ਦਾ ਮੈਂਬਰ ਅਫੈਕਟਡ ਹੈਗਾ, ਉਹਦੇ ਨਾਲ ਸਾਰੀ ਦੀ ਸਾਰੀ ਫੈਮਿਲੀ ਜਿਹੜੀ ਹੈ ਉਹ ਅਫੈਕਟ ਹੋ ਜਾਂਦੀ ਹੈ। ਸੋ ਅਸੀਂ ਜਿਹੜਾ ਇਹ ਕੈਂਪ ਆ, ਮੇਰੀ ਟੀਮ ਸਾਰੀ ਦੀ ਸਾਰੀ ਅਸੀਂ ਇਸ ਚੀਜ਼ ਨੂੰ ਲੈ ਕੇ ਵਚਨਬੱਧ ਹਾਂ ਕਿ ਜਿਹੜੀ ਇਹਨਾਂ ਚੀਜ਼ਾਂ ਦੇ ਬਾਰੇ ਅਵੇਅਰਨੈਸ, ਜਿਵੇਂ ਓਟ ਸੈਂਟਰਸ ਅਵੇਲੇਬਲ ਹੈਗੇ ਨੇ, ਸਾਡੇ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤੇ ਨੇ। ਪਿਛਲੀ ਸਰਕਾਰ ਨੇ ਡੈਪੋ ਪ੍ਰੋਗਰਾਮ ਔਰ ਮਾਈ ਬਡੀ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਸੋ ਇਹਨਾਂ ਦੇ ਵਿੱਚ ਲੋਕਾਂ ਨੂੰ ਐਨਰੋਲ ਕੀਤਾ ਜਾਏ, ਲੋਕਾਂ ਨੂੰ ਗਾਈਡੈਂਸ ਦਿੱਤੀ ਜਾਏ, ਔਰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਇਹ ਜਿਹੜੇ ਨਸ਼ੇ ਨੇ, ਪਹਿਲੀ ਗੱਲ ਤਾਂ ਛੱਡੇ ਜਾ ਸਕਦੇ ਨੇ ਬੜੇ ਅੱਛੇ ਤਰੀਕੇ ਦੇ ਨਾਲ। ਜੇ ਕਿਸੇ ਦੀ ਮੰਨ ਲਓ ਅਫੋਰਡੇਬਿਲਟੀ ਨਹੀਂ ਹੈਗੀ ਤਾਂ ਓਟ ਸੈਂਟਰ ਜਾ ਕੇ ਉਹ ਫ੍ਰੀ ਮੈਡੀਸਿਨ ਵੀ ਲੈ ਸਕਦੇ ਨੇ। ਪਰ ਮੈਡੀਸਿਨ ਨੂੰ ਛੱਡਣਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਮੈਡੀਸਿਨ ਜਿਹੜੀ ਹੈਗੀ ਹੈ ਉਹਦਾ ਸਹਾਰਾ ਇੱਕ ਲਿਮਿਟਿਡ ਵੇ 'ਚ ਲੈਣਾ ਚਾਹੀਦਾ ਹੈ, ਔਰ ਜਿਹੜੇ ਟਰੀਟਮੈਂਟ ਹੈਗੇ ਨੇ ਉਹਨਾਂ ਨੂੰ ਬੜੇ ਫੋਕਸ ਦੇ ਨਾਲ ਔਰ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਕਰਨਾ ਚਾਹੀਦਾ ਹੈ, ਤਾਂ ਜੋ ਪੇਸ਼ੈਂਟ ਜਿਹੜਾ ਹੈਗਾ ਉਹ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ 'ਤੇ ਨਾ ਲੱਗ ਜਾਏ। ਜਿਵੇਂ ਹੁਣ ਬੜਾ ਪਤਾ ਲੱਗ ਰਿਹਾ ਹੈ ਕਿ ਬੁਪਰੀਨੋਰਫਿਨ ਜਿਹੜੀ ਹੈਗੀ ਹੈ, ਕਾਫੀ ਲੋਕ ਜਿਹੜੇ ਹੈਗੇ ਆ ਉਹ ਬੁਪਰੀਨੋਰਫਿਨ 'ਤੇ ਡਿਪੈਂਡੈਂਟ ਹੋ ਗਏ ਨੇ। ਜੀ ਦੇਖੋ, ਚਿੱਟਾ ਬੜੀ ਵੱਡੀ ਡਾਕਟਰ ਸਮੱਸਿਆ ਹੈ। ਹੁਣ ਇਹ ਕਿਹਾ ਜਾ ਰਿਹਾ ਵੀ ਜੇ ਚਿੱਟਾ ਹਟਾਉਣ ਵਾਸਤੇ ਜਿਹੜੀ ਵੀ ਮੈਡੀਸਿਨ ਦਿੱਤੀ ਜਾ ਰਹੀ ਹੈ ਉਹ ਇੱਕ ਨਸ਼ੇ ਤੋਂ ਹਟਾ ਕੇ ਦੂਜਾ ਨਸ਼ਾ ਲਾਇਆ ਜਾ ਰਿਹਾ, ਉਹ ਫਿਰ ਇੱਕ ਵੱਡੀ ਪ੍ਰੋਬਲਮ ਹੈ। ਸੋ ਮੈਂ ਇਹੀ ਗੱਲ ਕਹਿ ਰਿਹਾ ਕਿ ਇੱਕ ਲਿਮਿਟਿਡ ਯੂਜ਼ ਜਿਹੜਾ ਹੈਗਾ ਵਾ, ਅਗਰ ਆਪਾਂ ਬੁਪਰੀਨੋਰਫਿਨ ਦਾ ਵੀ ਲਿਮਿਟਿਡ ਯੂਜ਼ ਕਰਦੇ ਹਾਂ, ਸੋ ਉਹ ਨਸ਼ਾ ਛੱਡਣ ਸਾਡੀ ਬਹੁਤ ਹੈਲਪ ਕਰ ਸਕਦੀ ਹੈ। ਪਰ ਜੇ ਉਸੇ ਨੂੰ ਹੀ ਅਸੀਂ ਲਗਾ ਕੇ, ਕਈ ਲੋਕ ਹੁਣ 2-2 3-3 ਸਾਲ ਮੈਡੀਸਿਨਸ ਖਾਂਦੇ ਰਹਿੰਦੇ ਨੇ ਵਿਦਾਊਟ ਐਨੀ ਸਾਇੰਟੀਫਿਕ ਰੀਜ਼ਨ, ਸੋ ਉਹ ਚੀਜ਼ ਗਲਤ ਹੈ। ਉਹਦੇ ਨਾਲ ਡਿਪੈਂਡੈਂਸ ਜਿਹੜੀ ਹੈਗੀ ਆ ਉਸ ਚੀਜ਼ ਦੇ ਉੱਤੇ ਹੋ ਜਾਂਦੀ ਹੈ, ਉਹ ਚੀਜ਼ ਨਹੀਂ ਛੱਡੀ ਜਾਂਦੀ ਫਿਰ ਬਾਅਦ ਦੇ ਅੰਦਰ। ਸੋ ਇਟ ਇਜ਼ ਅ ਕਾਈਂਡ ਆਫ ਅ ਡਿਪੈਂਡੈਂਸ ਵਿਚ ਇਜ਼ ਫਰੋਮ ਵਨ ਓਪੀਏਟ ਟੂ ਅਨਦਰ ਓਪੀਏਟ ਜਿਹੜੀ ਆ ਗਈ ਹੈ, ਇੱਕ ਨਸ਼ੇ ਨੂੰ ਛੱਡ ਕੇ ਜਿਹਨੂੰ ਦੂਜਾ ਨਸ਼ਾ ਕਹਿ ਦਿਓ। ਸੋ ਉਹ ਆ ਰਹੀ ਹੈ ਹੁਣ। ਜਿਵੇਂ ਇਸ ਪ੍ਰੋਗਰਾਮ ਨੂੰ 2018 'ਚ ਲਾਂਚ ਕੀਤਾ ਗਿਆ ਸੀ, ਤਾਂ ਕਿਤੇ ਨਾ ਕਿਤੇ ਇਹਦੀ ਸਮੀਖਿਆ ਕਰਨ ਦੀ ਲੋੜ ਹੈ, ਜਾਂ ਇਹਦੇ ਅੰਦਰ ਜੋ ਚੈੱਕਸ ਐਂਡ ਬੈਲੈਂਸਿਸ ਹੈਗੇ ਆ ਉਹ ਐਡ ਕਰਨ ਦੀ ਜ਼ਰੂਰਤ ਹੈਗੀ ਹੈ। ਔਰ ਅਸੀਂ ਇਹ ਪ੍ਰੋਗਰਾਮ ਜਿਹੜਾ ਅਡੈਪਟ ਕੀਤਾ ਸੀ ਪੰਜਾਬ ਸਰਕਾਰ ਨੇ, ਉਹ ਕੀਤਾ ਸੀ ਅਮਰੀਕਨ ਮਾਡਲ ਦੇ ਉੱਤੇ। ਪਰ ਅਮਰੀਕਨ ਮਾਡਲ ਔਰ ਇੰਡੀਅਨ ਜਾਂ ਖਾਸ ਕਰ ਪੰਜਾਬ ਮਾਡਲ ਕਦੀ ਵੀ ਕੰਪੇਅਰ ਆਪਸ 'ਚ ਨਹੀਂ ਕੀਤਾ ਜਾ ਸਕਦਾ। ਦੇ ਆਰ ਨੈਵਰ ਕੰਪੇਅਰੇਬਲ। ਔਰ ਅੱਜ ਦੀ ਤਰੀਕ ਦੇ ਅੰਦਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਰੀਸੈਂਟਲੀ ਮੈਂ ਓਪੀਏਟਸ ਦੇ ਟ੍ਰੈਂਡ ਦੇ ਉੱਪਰ ਅਮਰੀਕਾ ਦੇ ਅੰਦਰ ਹਾਰਵਰਡ ਤੋਂ ਹੁਣ ਇੱਕ ਕੋਰਸ ਕਰਕੇ ਹਟਿਆ। ਸੋ ਉਹਦੇ ਅੰਦਰ ਓਪੀਓਇਡਸ ਨੂੰ ਕਿਵੇਂ ਡੀਟੌਕਸੀਫਾਈ ਕਰਨਾ ਹੈਗਾ, ਕਿਵੇਂ ਉਹਦੇ ਉੱਤੇ ਜਿਹੜਾ ਪੇਸ਼ੈਂਟਸ ਨੂੰ ਉਹਦੇ 'ਚੋਂ ਕੱਢਣਾ ਹੈਗਾ। ਸੋ ਉਹਦੇ ਉੱਤੇ ਹੁਣ ਉੱਥੇ ਵੀ ਗੱਲਾਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਉੱਥੇ ਵੀ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਕਿ ਬਿਊਪਰੀਨੋਰਫਿਨ 'ਤੇ ਜਿਹੜੇ ਪੇਸ਼ੈਂਟ ਲੱਗ ਰਹੇ ਨੇ ਜਾਂ ਜਿਹੜੇ ਪੇਸ਼ੈਂਟ ਇਹਦੇ ਉੱਤੇ ਡਿਪੈਂਡੈਂਟ ਹੋ ਰਹੇ ਨੇ, ਉਹ ਗਲਤ ਗੱਲ ਹੈਗੀ ਆ, ਉਹ ਚੀਜ਼ ਠੀਕ ਨਹੀਂ ਹੈ। ਸੋ ਸਰਕਾਰਾਂ ਨੂੰ ਦੇਖੋ ਦੇਖੋ ਯੂਥ ਲੱਗ ਜਾਂਦਾ ਹੈ, ਭਾਵੇਂ ਉਹ ਕਹਿ ਲਓ ਕਿ ਸੁਸਾਇਟੀ 'ਚ ਪੈ ਗਿਆ ਜਾਂ ਡਿਪਰੈਸ਼ਨ 'ਚ ਹੈ ਜਾਂ ਉਹਨੂੰ ਕੋਈ ਵੀ ਪ੍ਰੋਬਲਮ ਹੈ, ਅਤੇ ਕਿਆ ਕਰਨਾ, ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਕਿ ਇਹਦੇ ਲਈ ਅਵੇਅਰਨੈਸ ਪ੍ਰੋਗਰਾਮ। ਦੇਖੋ ਪਹਿਲੇ ਤਾਂ ਸੀਗੀ ਕਿ ਕਹਿੰਦੇ ਕਦੀ ਕਦੀ ਮਿਲਦਾ, ਹੁਣ ਤਾਂ ਡਰੋਨ ਦੇ ਰਾਹੀਂ 2 ਕਿਲੋ ਹੈਰੋਇਨ, 5 ਕਿਲੋ ਹੈਰੋਇਨ, ਕੱਲ੍ਹ ਫੜੀ ਗਈ ਹੈ ਕਿੰਨੀ 21 ਕਿਲੋ 13 ਕਿਲੋ ਹੈਰੋਇਨ। ਹਾਂਜੀ, ਸੋ ਜਦੋਂ ਤੱਕ ਕਿਸੇ ਵੀ ਚੀਜ਼ ਦੀ ਨੀਡ ਹੈਗੀ ਹੈ, ਇਟ ਇਜ਼ ਆਲ ਅ ਮੈਟਰ ਆਫ ਡਿਮਾਂਡ ਐਂਡ ਸਪਲਾਈ। ਸੋ ਅਗਰ ਇਹ ਚੀਜ਼ ਦੀ ਡਿਮਾਂਡ ਹੈਗੀ ਹੈ ਤਾਂ ਸਪਲਾਈ ਕਿਤੋਂ ਨਾ ਕਿਤੋਂ ਆ ਰਹੀ ਹੈ। ਸੋ ਸਾਨੂੰ ਇਹ ਚੀਜ਼ 'ਤੇ ਦੇਖਣਾ ਹੋਏਗਾ ਕਿ ਜਿਹੜੀ ਇਹ ਸਪਲਾਈ
ਜਿਹੜੀ ਹੈ ਇਹਦੀ ਚੇਨ ਨੂੰ ਪਹਿਲੀ ਗੱਲ ਤੋੜਿਆ ਜਾਵੇ। ਜਿਸ ਤਰ੍ਹਾਂ ਕਿ ਸਾਡੀ ਸਰਕਾਰ ਹੁਣ ਇਸ ਟਾਈਮ ਤੇ ਇਸ ਚੀਜ਼ ਦਾ ਲੱਕ ਤੋੜਨ ਦੇ ਲਈ ਬੜੀ ਵਚਨਬੱਧ ਆ, ਔਰ ਇਹ ਦਿਖਦਾ ਵੀ ਹੈ, ਇਹਨਾਂ ਦੀ ਇੰਟੈਂਟ ਵੀ ਦਿਖਦੀ ਹੈਗੀ ਹੈ ਸਾਡੀ ਸਰਕਾਰ ਦੀ। ਸੋ ਅਸੀਂ ਇਹ ਦੇਖੀਏ ਕਿ ਉਧਰੋਂ ਡਰੋਨਸ ਆਉਂਦੇ ਨੇ, ਫੜੇ ਜਾਂਦੇ ਨੇ, ਔਰ ਇਹ ਸਾਰਾ ਕੁਝ ਜਿਹੜਾ ਹੈਗਾ ਕਾਫੀ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਅਗੇਂਸਟ ਕੈਂਪੇਨਸ ਚੱਲ ਰਹੀਆਂ ਨੇ। ਸੋ ਦੈਟ ਇਜ਼ ਵਨ ਆਸਪੈਕਟ ਆਫ ਇਟ। ਦੀ ਅਦਰ ਆਸਪੈਕਟ ਇਜ਼ ਦਾ ਟਰੀਟਮੈਂਟ ਆਸਪੈਕਟ, ਯਾਨੀ ਕਿ ਜਿਹੜੇ ਲੋਕ ਨਸ਼ਾ ਕਰ ਰਹੇ ਸੀ ਉਹਨਾਂ ਦਾ ਅੱਛੇ ਤਰੀਕੇ ਦੇ ਨਾਲ ਟਰੀਟਮੈਂਟ ਹੋਵੇ ਤਾਂ ਕਿ ਉਸ ਚੀਜ਼ ਦੀ ਡਿਮਾਂਡ ਹੀ ਘਟ ਜਾਏ। ਸੋ ਅਗਰ ਡਿਮਾਂਡ ਘਟ ਜਾਏਗੀ ਤਾਂ ਇਹ ਚੀਜ਼ ਹੀ ਆਣੀ ਆਪ ਬੰਦ ਹੋ ਜਾਏਗੀ। ਸੋ ਡਿਮਾਂਡ ਘਟਾਉਣ ਦੇ ਲਈ ਸਭ ਤੋਂ ਪਹਿਲਾਂ ਜਿਹੜੀ IEC ਅਪਰੋਚ ਹੈਗੀ ਹੈ, ਯਾਨੀ ਕਿ ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਅਪਰੋਚ ਜਿਹੜੀ ਹੈ ਉਹ ਅਸੀਂ ਕਿਤੇ ਨਾ ਕਿਤੇ ਲੈਕ ਕਰ ਰਹੇ ਹਾਂ। ਸੋ ਉਹਦੇ ਅੰਦਰ ਹੀ ਜਿਸ ਤਰ੍ਹਾਂ ਇਹ ਅਸੀਂ ਕੈਂਪ ਕੀਤਾ ਹੈਗਾ, ਇਸ ਤਰ੍ਹਾਂ ਦੇ ਕੈਂਪਸ ਹਰ ਜਗ੍ਹਾ 'ਤੇ ਲੱਗਣੇ ਚਾਹੀਦੇ ਨੇ। ਔਰ ਸਰਕਾਰ ਦੇ ਨਾਲ ਅਸੀਂ ਕੋਲੈਬੋਰੇਟ ਕਰਨ ਲਈ ਰੈਡੀ ਹੈਗੇ ਹਾਂ ਕਿ ਕਿਸੇ ਵੀ ਲੈਵਲ 'ਤੇ ਸਾਡੀ ਮੇਰੀ ਕੋਲੈਬੋਰੇਸ਼ਨ ਜਾਂ ਮੇਰੀ ਟੀਮ ਦੀ ਕੋਲੈਬੋਰੇਸ਼ਨ ਜਾਂ ਸਾਡੇ ਵਰਗੇ ਹੋਰ ਡਾਕਟਰਸ ਦੀ ਕੋਲੈਬੋਰੇਸ਼ਨ ਚਾਹੀਦੀ ਹੈ, ਤਾਂ ਅਸੀਂ ਉਸ ਚੀਜ਼ ਦੇ ਲਈ ਸਰਕਾਰ ਦੇ ਨਾਲ ਰੈਡੀ ਹਾਂ, ਉਸ ਚੀਜ਼ ਦੇ ਨਾਲ ਕੋਆਪਰੇਟ ਕਰਨ ਦੇ ਲਈ, ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਅੱਛੇ ਪੱਧਰ 'ਤੇ ਜਿਹੜੀ ਹੈਗੀ ਆ ਉਹ ਫੈਲਾਈ ਜਾ ਸਕੇ। ਧੰਨਵਾਦ। ਇਸ ਡਾਕਟਰ ਹਰਜੋਤ ਸਿੰਘ ਮੱਕੜ, ਦੇਖੋ ਅੱਜ ਕਿਸ ਤਰ੍ਹਾਂ ਇੱਕ ਕੈਂਪ ਲਗਾਇਆ ਗਿਆ। ਇਹਨਾਂ ਦਾ ਕਹਿੰਦਾ ਵੀ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ, ਐਡਿਕਸ਼ਨ, ਉਹ ਵੀ ਇੱਕ ਤਰ੍ਹਾਂ ਦੀ ਡਿਸੇਬਿਲਟੀ ਹੈ। ਨੌਜਵਾਨ ਇਸ ਜਿਹੜੀ ਚੱਕਰ ਦੇ ਵਿੱਚ ਫਸ ਰਿਹਾ ਹੈ, ਸਾਡੀ ਟੀਨਏਜਰ ਜਿਹੜੇ ਨੇ ਉਹ ਫਸ ਰਹੇ ਨੇ। ਕੁੱਲ ਮਿਲਾ ਕੇ ਸਭ ਦਾ ਇੱਕ ਹੀ ਮਕਸਦ ਹੈ ਕਿ ਯੂਥ ਨੂੰ ਨਸ਼ੇ ਤੋਂ ਕਿਵੇਂ ਬਚਾਇਆ ਜਾਏ। ਅੰਮ੍ਰਿਤਸਰ ਤੋਂ ਡੀ ਫੋਨ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।